ਹਰਿ ਅਰਾਧ ਨ ਜਾਨਾ ਹਰੇ, ਹਰ ਹਰ ਗੁਰ ਗੁਰ ਕਰਤਾਰੇ। ਹਰਿ ਜੀਉ ਨਾਮ ਪਰਿਉ ਰਾਮਦਾਸ, ਹਰਿ ਅਰਾਧ ਨ ਜਾਨਾ ਹਰੇ, ਹਰ ਹਰ ਗੁਰ ਗੁਰ ਕਰਤਾਰੇ। ਹਰਿ ਜੀਉ ਨਾਮ ਪਰਿਉ ਰਾਮਦਾਸ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਦ ਸਿਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰੂ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਸਾਨੂੰ ਆਪਣੀ ਪਾਵਨ ਸੁਭਾਗ ਗੋਦ ਦੀ ਦਾਤ, ਅੰਮ੍ਰਿਤਮਈ ਹਜ਼ੂਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਗੁਰੂ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਾਜੇ ਨਿਵਾਜੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਬਾਣੀ, ਇਲਾਹੀ ਬਾਣੀ, ਤੁਰਕੀ ਬਾਣੀ, ਸਾਚੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ।
ਇਹਨਾਂ ਕੜੀਆਂ ਨੂੰ ਸਫਲ ਬਣਾਇਆ ਹੈ। ਕੀਰਤਨ ਤੋਂ ਉਪਰੰਤ ਆਓ ਸਭ ਤੇ ਉੱਤਮ ਹਰ ਕੀ ਕਥਾ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ, ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ। ਸ਼ਲੋਕ ਭਗਤ ਕਬੀਰ ਜੀਓ ਕੇ। ਤਿਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕਾਂ ਦੀ ਵਿਚਾਰ ਦੀ ਲੜੀ ਚੱਲ ਰਹੀ ਹੈ ਔਰ ਲਗਾਤਾਰ ਆਪ ਜੀ ਗੁਰੂ ਕੇ ਦਰਬਾਰ ਵਿਖੇ ਜੁੜ ਮਿਲ ਬੈਠ ਪਾਵਨ ਸ਼ਲੋਕ ਵਿਚਾਰ ਸਹਿਤ ਸ਼ਰਵਣ ਕਰਦੇ ਹੋ। ਪਾਵਨ ਬਾਣੀ ਦੀ ਵਿਚਾਰ ਦਾ ਲਾਹਾ ਔਰ ਆਨੰਦ ਮਾਣ ਰਹੇ ਹੋ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 158 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ ਆਪਣੇ ਪਾਵਨ ਬਚਨਾਂ ਦੇ ਰਾਹੀਂ ਗੁਰਮਤਿ ਸਿਧਾਂਤ ਜਿੱਥੇ ਕਬੀਰ ਜੀ ਸਾਨੂੰ ਦ੍ਰਿੜ ਕਰਵਾ ਰਹੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਵਿਕਾਰਾਂ ਰੂਪੀ ਚੋਰ ਜਿਨ੍ਹਾਂ ਦਾ ਵਾਸਾ ਸਾਡੇ ਅੰਦਰ ਹੈ ਔਰ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ। ਇਹ ਸਾਡੇ ਅੰਦਰ ਦੀਆਂ ਚੰਗਿਆਈਆਂ ਲੁੱਟਦੇ ਨੇ। ਕਿਹੜੇ ਵੇਲੇ ਲੁੱਟ ਲੈਂਦੇ ਨੇ ਸਾਨੂੰ ਨਹੀਂ ਪਤਾ ਲੱਗਦਾ। ਕਬੀਰ ਸਾਹਿਬ ਉਹ ਵਿਕਾਰਾਂ ਬਾਰੇ, ਵਿਕਾਰਾਂ ਦੀਆਂ ਠੱਗੀਆਂ ਬਾਰੇ, ਵਿਕਾਰਾਂ ਦੇ ਸੁਭਾਅ ਬਾਰੇ ਸਾਨੂੰ ਦੱਸ ਰਹੇ ਨੇ ਔਰ ਖ਼ਾਸ ਤੌਰ 'ਤੇ ਕਬੀਰ ਸਾਹਿਬ ਜੀ ਨੇ ਬਹੁਤੇ ਸ਼ਲੋਕਾਂ ਅੰਦਰ ਜ਼ਿਕਰ ਕੀਤਾ ਹੈ ਮਾਣ ਦਾ, ਅਭਿਮਾਨ ਦਾ, ਹੰਕਾਰ ਦਾ। ਤੇ ਕਬੀਰ ਸਾਹਿਬ ਕਹਿੰਦੇ ਕੱਲੀ ਮਾਇਆ ਛੱਡਣ ਦੇ ਨਾਲ ਗੱਲ ਨਹੀਂ ਬਣਦੀ ਜੇ ਮਾਇਆ ਦਾ ਅਭਿਮਾਨ ਖਤਮ ਨਹੀਂ ਹੋਇਆ। ਔਰ ਵੱਡੇ ਵੱਡੇ ਮਾਨ ਮੁਨੀ ਮੁਨਵਰ ਗਲੇ ਮਾਣ ਕਰਕੇ ਰਿਸ਼ੀ ਮੁਨੀ ਇੱਕ ਪਾਸੇ ਘਰ ਨੂੰ, ਪਰਿਵਾਰ ਨੂੰ, ਰਾਜ ਮਹਿਲਾਂ ਨੂੰ ਛੱਡ ਕੇ ਚਲੇ ਗਏ ਜੀ ਅਸੀਂ ਤਿਆਗੀ ਬਣਨਾ ਹੈ। ਪਰ ਦੂਜੇ ਪਾਸੇ ਤਿਆਗੀ ਅਖਵਾਉਂਦੇ ਤੇ ਸਨ ਪਰ ਮਨ ਅੰਦਰ ਹੰਕਾਰ ਦੀ ਪਕੜ ਉਸੇ ਤਰ੍ਹਾਂ ਸੀ। ਜਿਹੜਾ ਅੰਦਰੋਂ ਅਧਿਆਤਮਕ ਸਫ਼ਰ ਚੱਲਣਾ ਚਾਹੀਦਾ ਸੀ, ਅਧਿਆਤਮਕ ਵੇਗ, ਅਧਿਆਤਮਕ ਤਰੱਕੀ, ਉਹ ਚੱਲ ਨਹੀਂ ਸਕੀ ਕਿਉਂਕਿ ਹੰਕਾਰ ਰੁਕਾਵਟ ਬਣ ਕੇ ਖੜਾ ਰਿਹਾ। ਉਹਦਾ ਫਿਰ ਇੱਕ ਨੁਕਤਾ ਕਬੀਰ ਜੀ ਨੇ ਇਹ ਸਮਝਾਇਆ ਕਿ ਗੁਰੂ ਕੇ ਸ਼ਬਦ ਦੇ ਰਾਹੀਂ ਹੰਕਾਰ ਮੁੱਕਦਾ ਹੈ। ਜਦੋਂ ਸਤਿਗੁਰ ਸੂਰਮਾ ਸ਼ਬਦ ਜੋ ਬਾਹਿਆ ਏਕ ਸ਼ਬਦ ਰੂਪੀ ਬਾਣ ਜਦੋਂ ਗੁਰੂ ਹਿਰਦੇ 'ਚ ਸ਼ਬਦ ਦਾ ਤੀਰ ਮਾਰਦੇ ਹਨ ਤੇ ਉਹਦਾ ਪ੍ਰਭਾਵ ਅਸਰ ਫਿਰ ਇਹ ਹੁੰਦਾ ਹੈ ਕਿ ਲਾਗਤ ਹੀ ਭੋਏ ਮਿਲ ਗਿਆ। ਉਹ ਤੀਰ ਹਿਰਦੇ ਤੇ ਵੱਜ ਜਾਏ, ਉਹ ਸ਼ਬਦ ਦਾ ਤੀਰ ਹੰਕਾਰ ਨੂੰ ਖਤਮ ਕਰ ਦਿੰਦਾ ਹੈ। ਜਿਹੜੇ ਹਿਰਦੇ 'ਚ ਸ਼ਬਦ ਦਾ ਤੀਰ ਵੱਜ ਗਿਆ ਉਹ ਹਿਰਦੇ ਦਾ ਹੰਕਾਰ ਮੁੱਕ ਗਿਆ। ਪਰ ਬਹੁਤ ਵਾਰੀ ਐਸਾ ਹੁੰਦਾ ਹੈ, ਅਸੀਂ ਆਉਂਦੇ ਹਾਂ ਗੁਰੂ ਕੇ ਦਰਬਾਰ 'ਚ, ਚਲੇ ਜਾਂਦੇ ਹਾਂ, ਜਿੱਦਾਂ ਦੇ ਆਏ ਉੱਦਾਂ ਦੇ ਚਲੇ ਗਏ, ਕੋਈ ਫਰਕ ਜੀਵਨ 'ਚ ਨਹੀਂ, ਕੋਈ ਬਦਲਾਅ, ਕੋਈ ਚੇਂਜ ਲਾਈਫ 'ਚ ਨਹੀਂ। ਕਿੰਨੀ ਕਿੰਨੀ ਜ਼ਿੰਦਗੀ ਲੰਘ ਜਾਂਦੀ ਹੈ, ਜੀਵਨ ਉੱਥੇ ਦਾ ਉੱਥੇ ਹੀ ਖਲੋਤਾ ਰਹਿੰਦਾ ਹੈ। ਜਿਹੜੇ ਵਿਕਾਰਾਂ ਨੂੰ, ਹੰਕਾਰੀ ਪ੍ਰਭਾਵ ਨੂੰ, ਕ੍ਰੋਧ ਨੂੰ, ਈਰਖਾ ਨੂੰ, ਦਵੈਸ਼ ਨੂੰ ਗੁਰਸੰਗਤ 'ਚ ਜੁੜ ਕੇ ਜੀਵਨ 'ਚੋਂ ਖਤਮ ਕਰਨਾ ਸੀ, ਨਹੀਂ ਮੁੱਕਦਾ ਹੈ, ਉੱਥੇ ਜੀਵਨ ਖਲੋਤਾ। ਉਹਦਾ ਕਾਰਨ ਕੀ ਹੈ? ਉਹ ਕਬੀਰ ਸਾਹਿਬ ਕਹਿੰਦੇ ਬੰਦੇ ਦੇ ਅੰਦਰ ਦੀ ਬਾਂਸ ਵਰਗੀ ਬਿਰਤੀ। ਕਿਉਂਕਿ ਗੱਲ ਇਕੱਲਿਆਂ ਸੁਣਿਆ ਨਹੀਂ ਬਣਨੀ ਹੈ, ਜੇ ਉਹ ਸੁਣੇ ਹੋਏ ਨੂੰ ਅਸੀਂ ਅਮਲ ਦੇ ਵਿੱਚ ਨਹੀਂ ਲਿਆਉਂਦੇ ਹਾਂ। ਅਮਲ ਸੇ ਜ਼ਿੰਦਗੀ ਬਣਤੀ ਹੈ, ਜन्नत भी जहन्नत भी।
ਲੋਕ ਵੀ ਪਰਲੋਕ ਵੀ ਅਮਲ ਸਦਕਾ ਸਵਰਦਾ ਹੈ। ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਕਹੀ ਸੀ ਜਦੋਂ ਉਹਨਾਂ ਪੁੱਛਿਆ ਜੀ ਹਿੰਦੂ ਚੰਗਾ ਹੈ ਕਿ ਮੁਸਲਮਾਨ ਮੱਕੇ ਵਿਖੇ। ਮਹਾਰਾਜ ਕਹਿਣ ਲੱਗੇ ਜਿਹੜਾ ਤੇ ਚੰਗੀ ਸਿੱਖਿਆ ਤੇ ਅਮਲ ਕਰਦਾ ਉਹ ਹਿੰਦੂ ਵੀ ਚੰਗਾ, ਉਹ ਮੁਸਲਮਾਨ ਵੀ ਚੰਗਾ। ਤੇ ਜਿੰਨੇ ਕਿਸੇ ਚੰਗੀ ਗੱਲ ਤੇ ਅਮਲ ਹੀ ਨਹੀਂ ਕਰਨਾ ਹੈ ਉਹ ਤੇ ਫਿਰ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਫਿਰ ਤੇ ਦੋਵਾਂ ਦੀ ਜ਼ਿੰਦਗੀ 'ਚ ਰੋਣੇ ਧੋਣੇ ਹਨ, ਨਾ ਹਿੰਦੂ ਪ੍ਰਵਾਨ ਨਾ ਮੁਸਲਮਾਨ ਪ੍ਰਵਾਨ। ਕਿਉਂਕਿ ਪ੍ਰਵਾਨਗੀ ਇਸ ਕਰਕੇ ਨਹੀਂ ਮਿਲਣੀ ਕਿ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ। ਪ੍ਰਵਾਨਗੀ ਤੇ ਰੱਬ ਦੇ ਘਰ ਤਾਂ ਮਿਲਣੀ ਹੈ ਜਦੋਂ ਅਸੀਂ ਉਹ ਉੱਤਮ ਧਰਮ ਨੂੰ ਜੀਵਨ ਅੰਦਰ ਕਮਾਵਾਂਗੇ। ਹਰ ਕੋ ਨਾਮ ਜਪ ਨਿਰਮਲ ਕਰਮ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਵੀ ਬੜਾ ਪਿਆਰਾ ਬਚਨ ਹੈ। ਉਹ ਸ਼ਲੋਕ ਜਿਹੜੇ ਸ਼ਲੋਕ 'ਚ ਫਰੀਦ ਸਾਹਿਬ ਕਹਿੰਦੇ ਹਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਸੰਸਾਰ ਅੰਦਰ ਆਇਆ, ਅਕਾਲ ਪੁਰਖ ਦੇ ਘਰ ਤੋਂ ਇਹਨੂੰ ਸੰਸਾਰ ਅੰਦਰ ਭੇਜਿਆ ਗਿਆ ਇੱਕ ਮਨੋਰਥ ਦੇ ਕੇ। ਆਇਆ ਜੀਵਨ ਰੂਪੀ ਸਫ਼ਰ ਚੱਲਿਆ, ਅਖੀਰ ਸਫ਼ਰ ਮੁੱਕਦਾ ਹੈ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਕੰਨ ਭਾਵ ਮੋਢਿਆਂ ਤੇ ਜਾ ਰਿਹਾ ਹੁਣ ਸ਼ਮਸ਼ਾਨ ਵਾਲੇ ਪਾਸੇ। ਉੱਥੇ ਫਰੀਦ ਸਾਹਿਬ ਨੇ ਇਹ ਗੱਲ ਸਮਝਾਈ, ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਵੇ ਕੰਮ। ਜੇ ਤੂੰ ਇੱਥੇ ਚੰਗੀਆਂ ਸਿੱਖਿਆਵਾਂ ਤੇ ਅਮਲ ਕੀਤਾ ਹੋਵੇਗਾ, ਨਾ ਕੇਵਲ ਤੇਰਾ ਜ਼ਿੰਦਗੀ ਦੇ ਅੰਦਰ ਜੀਵਨ ਸਵਰੇਗਾ ਬਲਕਿ ਉਹ ਕੀਤੀ ਹੋਈ ਚੰਗੀ ਕਮਾਈ ਅੱਗੇ ਵੀ ਤੇਰੇ ਲਈ ਸਹਾਈ ਹੋਏਗੀ ਪ੍ਰਵਾਨਗੀ ਕਬੂਲਤਾ ਦੇ ਲਈ। ਔਰ ਗੁਰੂ ਨਾਨਕ ਮਹਾਰਾਜ ਤੇ ਰੋਜ਼ ਕਿਰਪਾ ਕਰਕੇ ਸਾਨੂੰ ਇਹ ਸੋਝੀ ਬਖਸ਼ਦੇ ਨੇ। ਜਿੱਥੇ ਆਪਾਂ ਬਚਨ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਅਖੀਰ 'ਚ ਜਾ ਕੇ, ਮਹਾਰਾਜ ਕਹਿੰਦੇ ਧਰਤੀ ਕੀ ਹੈ? ਧਰਮਸ਼ਾਲਾ। ਰਾਤੀ ਰੁੱਤੀ ਥਿੱਤੀ ਵਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮ ਕਮਾਉਣ ਦੀ ਜਗ੍ਹਾ ਹੈ ਇਹ ਧਰਤੀ। ਇੱਥੇ ਅਸੀਂ ਕਰਮ ਕਮਾਉਂਦੇ ਹਾਂ, ਚੰਗੇ ਵੀ ਕਰਮ ਕਮਾ ਰਹੇ ਹਾਂ, ਮਾੜੇ ਵੀ ਕਰਮ ਕਮਾ ਰਹੇ ਹਾਂ। ਤੇ ਜਿੰਨੀ ਦੇਰ ਇੱਥੇ ਸੰਸਾਰ ਅੰਦਰ ਸਾਡਾ ਜੀਵਨ ਚੱਲਦਾ ਹੈ, ਹਰ ਬੰਦਾ ਕਹਿੰਦਾ ਹੈ ਮੈਂ ਉੱਤਮ ਕਰਮ ਕਰ ਰਿਹਾ ਹਾਂ। ਜਾਂ ਲੋਕ ਆਪਣੇ ਕਰਮਾਂ ਨੂੰ ਧਰਮ ਦੇ ਨਾਲ ਜੋੜ ਕੇ ਕਹਿੰਦੇ ਨੇ ਮੈਂ ਤਾਂ ਵੇਖੋ ਜੀ ਧਰਮ ਦਾ ਕੰਮ ਹੀ ਕਰ ਰਿਹਾ ਹਾਂ। ਔਰੰਗਜ਼ੇਬ ਜੇ ਖੂਨ ਦੀਆਂ ਨਦੀਆਂ ਵਹਾ ਰਿਹਾ ਸੀ ਤੇ ਇਹ ਦਾਅਵਾ ਕਰਦਾ ਸੀ ਕਿ ਮੈਂ ਧਰਮ ਹੀ ਕਮਾਉਂਦਾ ਪਿਆ ਹਾਂ, ਮੈਂ ਤੇ ਆਪਣੇ ਇਸਲਾਮ ਦੇ ਵਾਧੇ ਦੇ ਲਈ ਸਾਰਾ ਕੁਝ ਕਰ ਰਿਹਾ ਹਾਂ, ਇਸਲਾਮ ਦੇ ਲਈ। ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਕਿਆ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ। ਔਰ ਹਮੇਸ਼ਾ ਇਹ ਸ਼ਰਤ ਉਹਨਾਂ ਦੇ ਸਾਹਮਣੇ ਰੱਖੀ ਜਾਂਦੀ ਸੀ, ਇਸਲਾਮ ਕਬੂਲ ਕਰ ਲਵੋ ਤੁਹਾਨੂੰ ਬਖਸ਼ ਦਿੱਤਾ ਜਾਏਗਾ। ਇਹ ਸ਼ਰਤ ਦਾ ਕਾਰਨ ਕੀ ਸੀ? ਕਿਉਂਕਿ ਜ਼ਾਲਮ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਚਾਹੁੰਦਾ ਸੀ ਕਿ ਕੱਲ ਨੂੰ ਕਿਸੇ ਕੀਤੇ ਹੋਏ ਕਤਲ ਦਾ, ਕਿਸੇ ਕੀਤੇ ਹੋਏ ਜ਼ੁਲਮ ਦਾ ਦੋਸ਼ ਮੇਰੇ ਸਿਰ ਨਾ ਆਵੇ। ਮੈਂ ਕਹਾਂ ਵੇਖੋ ਜੀ ਮੈਂ ਤੇ ਧਰਮ ਦੇ ਲਈ ਸਾਰਾ ਕੁਝ ਕਰ ਰਿਹਾ ਹਾਂ, ਮੈਂ ਤੇ ਧਰਮ ਦੇ ਲਈ ਕਰ ਰਿਹਾ। ਜੇ ਕਿਸੇ ਨੂੰ ਕਤਲ ਵੀ ਕਰ ਰਿਹਾ ਹਾਂ, ਮੈਂ ਤੇ ਆਪਣੇ ਧਰਮ ਦਾ ਵਾਅਦਾ ਕਰਨਾ ਚਾਹੁੰਦਾ ਹਾਂ। ਤੇ ਜਿਹੜਾ ਮੈਨੂੰ ਲੱਗਦਾ ਹੈ ਸਾਡੇ ਧਰਮ ਦੇ ਵਿੱਚ ਰੁਕਾਵਟ ਬਣ ਰਿਹਾ, ਮੈਂ ਉਹਨੂੰ ਰਸਤੇ ਤੋਂ ਹਟਾ ਰਿਹਾ। ਮੈਂ ਤੇ ਕਿਹਾ ਸੀ ਇਸਲਾਮ ਕਬੂਲ ਕਰ ਲਵੋ, ਜਾਨ ਬਖਸ਼ ਦਿੱਤੀ ਜਾਏਗੀ। ਉਹਨੇ ਨਹੀਂ ਕਬੂਲ ਕੀਤਾ, ਇਹਦਾ ਮਤਲਬ ਉਹ ਇਸਲਾਮ ਦੇ ਖਿਲਾਫ ਹੈ। ਤੇ ਸਾਡੀ ਹਕੂਮਤ 'ਚ ਜੇ ਕੋਈ ਸਾਡੇ ਖਿਲਾਫ ਹੈ ਤੇ ਅਸੀਂ ਕਿਉਂ ਜਿਉਂਦੇ ਰਹਿਣ ਦੇਵਾਂਗੇ? ਸੋ ਆਪਣੇ ਤੌਰ ਤੇ ਉਹ ਜ਼ਾਲਮ ਲੋਕਾਂ ਨੇ ਵੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਧਰਮ ਕਰਮ ਕਰ ਰਹੇ ਹਾਂ, ਧਰਮ ਕਮਾ ਰਹੇ, ਇਸਲਾਮ ਦੇ ਵਾਅਦੇ ਦੇ ਲਈ ਕਰ ਰਹੇ ਹਾਂ। ਤੇ ਜਿਹੜੇ ਕੁਰਬਾਨੀਆਂ ਦੇਣ ਵਾਲੇ ਸਨ ਉਹਨਾਂ ਦੀ ਵੀ ਅੰਦਰ ਇਹੀ ਭਾਵਨਾ ਸੀ ਕਿ ਅਸੀਂ ਦੀਨ ਧਰਮ ਤੇ ਦ੍ਰਿੜ ਰਹਿ ਕੇ ਕੁਰਬਾਨੀ ਦਿੰਦੇ ਪਏ ਹਾਂ, ਧਰਮ ਤੇ ਪੱਕੇ ਰਹਿ ਕੇ ਕੁਰਬਾਨੀ ਦੇ ਰਹੇ ਹਾਂ। ਵੇਖੋ ਕੈਸੀ ਕਮਾਲ ਦੀ ਖੇਡ ਹੈ ਕਿ ਮਰਨ ਵਾਲਾ ਵੀ ਕਹਿ ਰਿਹਾ ਹੈ ਮੈਂ ਧਰਮ ਕਮਾਉਂਦਾ ਪਿਆ ਹਾਂ, ਮਾਰਨ ਵਾਲਾ ਵੀ ਕਹਿ ਰਿਹਾ ਹੈ ਮੈਂ ਤਾਂ ਵੇਖੋ ਧਰਮ ਦੇ ਲਈ ਸਾਰਾ ਕੁਝ ਕਰ ਰਿਹਾ। ਤੇ ਜਿਹੜੀ ਗੱਲ ਗੁਰੂ ਨਾਨਕ ਮਹਾਰਾਜ ਕਹਿੰਦੇ, ਵੇਖੋ ਇੱਥੇ ਸਾਰੇ ਕਹਿੰਦੇ ਨੇ ਮੇਰੇ ਕਰਮ ਉੱਤਮ ਨੇ, ਮੈਂ ਚੰਗਾ ਹੀ ਕੰਮ
ਕਰ ਰਿਹਾ ਹਾਂ, ਭਾਵੇਂ ਕੋਈ ਜਿਹੋ ਜਿਹਾ ਮਰਜ਼ੀ ਕੰਮ ਕਰਮ ਕਰਦਾ ਹੋਵੇ। ਉੱਥੇ ਗੁਰੂ ਸਾਹਿਬ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਥੇ ਠੀਕ ਹੈ, ਹੋ ਸਕਦਾ ਤੂੰ ਆਪਣੇ ਜ਼ੁਲਮ ਨੂੰ ਵੀ ਧਰਮ ਦੀ ਰੰਗਤ ਦੇ ਕੇ ਕਵੇਂ ਕਿ ਇਹ ਮੈਂ ਧਰਮ ਕਰਮ ਕਰ ਰਿਹਾ ਹਾਂ। ਕਿੰਨੇ ਦੰਗੇ ਫਸਾਦ ਹੁੰਦੇ, ਹਜ਼ਾਰਾਂ ਲੋਕਾਂ ਦਾ ਕਤਲ ਹੁੰਦਾ, ਉਹਨੂੰ ਧਾਰਮਿਕ ਰੰਗਤ ਦੇ ਦਿੱਤੀ ਜਾਂਦੀ ਹੈ, ਧਾਰਮਿਕ ਰੰਗਤ। ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮਾਲਕ ਦੇ ਘਰ ਇੱਦਾਂ ਦਾ ਝੂਠਾ ਪ੍ਰਵਾਸਾ ਨਹੀਂ ਚੱਲਦਾ, ਭੁਲੇਖਾ ਨਹੀਂ ਚੱਲਦਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਉੱਥੇ ਕੁੜਿਆਰ ਪ੍ਰਮਾਣ ਨਹੀਂ ਪੈਂਦੇ, ਕੁੜਿਆਰਾਂ ਨੂੰ ਤੇ ਸੱਚੀ ਦਰਗਾਹ ਸੱਟੀ ਹੈ, ਬਾਹਰ ਕੱਢ ਦਿੱਤਾ ਜਾਂਦਾ ਖੋਟਿਆਂ ਨੂੰ। ਗੁਰੂ ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪ੍ਰਮਾਣ। ਜਿਨ੍ਹਾਂ ਨੇ ਚੰਗੀ ਸਿੱਖਿਆ ਤੇ ਅਮਲ ਕੀਤਾ, ਚੰਗੇ ਆਦਰਸ਼ ਦੇ ਲਈ ਜਿਨ੍ਹਾਂ ਨੇ ਕਰਮ ਕੀਤੇ, ਕੁਰਬਾਨੀ ਕੀਤੀ, ਉਹ ਰੱਬ ਦੇ ਘਰ ਕਬੂਲ ਪੈਂਦੇ ਹਨ। ਅਮਲ ਜੇ ਕੀਤੇ ਦੁਨੀ ਵਿੱਚ, ਦਰਗਾਹ ਆਵੇ ਕਰ। ਤਿੱਥੈ ਸੋਹਣ ਪੰਚ ਪ੍ਰਮਾਣ। ਔਰ ਪੰਚ ਸ਼ਬਦ 16ਵੀਂ ਪੌੜੀ 'ਚ ਮਹਾਰਾਜ ਨੇ ਪੰਚ ਸ਼ਬਦ ਬਾਰੇ ਸਮਝਾ ਦਿੱਤਾ ਕਿ ਪੰਚ ਕੌਣ ਹੈ। ਪੰਚ ਪ੍ਰਮਾਣ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਚ ਉਹ ਜਿਹਦਾ ਧਿਆਨ ਕੇਵਲ ਇੱਕ ਅਕਾਲ ਪੁਰਖ 'ਚ, ਉਹ ਮਾਲਕ ਦੇ ਘਰ ਕਬੂਲ ਪੈਂਦਾ, ਪ੍ਰਵਾਨ ਹੈ, ਪ੍ਰਧਾਨ ਹੈ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ। ਹੁਣ ਇੱਥੇ ਸਾਰੇ ਕਹਿੰਦੇ ਮੈਂ ਪੱਕਾ, ਜਿਹਨੂੰ ਮਰਜ਼ੀ ਪੁੱਛ ਲਵੋ, ਹਰ ਕੋਈ ਕਹਿੰਦਾ ਜੀ ਮੈਂ ਪੱਕਾ ਹਾਂ, ਮੈਂ ਪੱਕਾ ਸਿੱਖ ਹਾਂ ਗੁਰੂ ਦਾ, ਮੈਂ ਪੱਕਾ। ਮਹਾਰਾਜ ਕਹਿੰਦੇ ਕਿਹੜਾ ਕੱਚਾ ਤੇ ਕਿਹੜਾ ਪੱਕਾ, ਉਹ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਮਾਲਕ ਫਿਰ ਕਰਮਾਂ ਦਾ ਹਿਸਾਬ ਲਗਾਉਂਦੇ ਹਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪਿਆ ਜਾਏ। ਉਹ ਉੱਥੇ ਹੀ ਗਿਆ ਪਤਾ ਲੱਗਦਾ, ਰੱਬੀ ਕਚਹਿਰੀ 'ਚ ਜਦੋਂ ਲੇਖਾ ਹੋਣਾ ਤੇ ਫਿਰ ਪਤਾ ਲੱਗਦਾ ਕਿਹੜਾ ਕੱਚਾ ਕਿਹੜਾ ਪੱਕਾ। ਤੇ ਕਰਮਾਂ ਦੀ ਖੇਡ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਹੁਣ ਗੁਰੂ ਹਮੇਸ਼ਾ ਸਾਨੂੰ ਚੰਗੇ ਕਰਮਾਂ ਦਾ ਉਪਦੇਸ਼ ਦਿੰਦੇ ਹਨ। ਗੁਰੂ ਤਾਂ ਮਿਸ਼ਰੀ ਦੇ ਪਹਾੜ ਦੀ ਤਰ੍ਹਾਂ ਹਨ। ਜਿਹੜਾ ਮਰਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਖੋਲ੍ਹ ਕੇ ਬਾਣੀ ਪੜ੍ਹਨ ਲੱਗ ਜਾਵੋ, ਹਰ ਜਗ੍ਹਾ ਤੇ ਗੁਰੂ ਨੇ ਚੰਗੇ ਕਰਮਾਂ ਤੇ ਸ਼ੁਭ ਅਮਲਾਂ ਦਾ ਉਪਦੇਸ਼ ਦਿੱਤਾ ਹੈ। ਪਰ ਗੱਲ ਤੇ ਹੈ ਸਾਡੇ ਮੰਨਣ ਦੀ, ਤੇ ਜੇ ਮੰਨਦੇ ਨਹੀਂ ਆ ਤੇ ਫਿਰ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਐ ਫੂਕ। ਜੇ ਅਸੀਂ ਮੰਨਣਾ ਨਹੀਂ ਹੈ, ਜੇ ਕਮਾਉਣਾ ਨਹੀਂ ਹੈ, ਫਿਰ ਤੇ ਜੀਵਨ ਉੱਥੇ ਦਾ ਉੱਥੇ ਹੀ ਖੜਾ ਰਹੇਗਾ ਜਿੱਥੋਂ ਚੱਲੇ ਹਾਂ। ਇਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਤੇਲੀ ਦਾ ਬਲਦ ਜਿੱਥੋਂ ਸਵੇਰੇ ਚੱਲਦਾ ਸ਼ਾਮੀ ਉੱਥੇ ਹੀ ਹੁੰਦਾ, ਉੱਥੇ ਹੀ ਚੱਕਰ ਕੱਟਦਾ ਰਹਿੰਦਾ, ਉੱਥੇ ਉਸੇ ਹੀ ਘੁੰਮਣ ਘੇਰੀ ਦੇ ਵਿੱਚ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਭਰਮ ਬਸ ਉਸੇ ਦੁਬਿਧਾ ਦੇ ਵਿੱਚ, ਉਹਨਾਂ ਹੀ ਕਰਮਾਂ ਦੇ ਵਿੱਚ, ਜੀਵਨ 'ਚ ਬਦਲਾਅ ਨਹੀਂ। ਸੋ ਗੱਲ ਤਾਂ ਬਣਦੀ ਹੈ ਜੇ ਆਪਾਂ ਪੜ੍ਹੇ ਹੋਏ ਨੂੰ, ਸੁਣੇ ਹੋਏ ਨੂੰ, ਗਾਵੇ ਹੋਏ ਨੂੰ, ਵਿਚਾਰੇ ਨੂੰ ਅੱਗੇ ਮੰਨਣ ਦਾ ਯਤਨ ਕਰੀਏ। ਜੇ ਬਹੁਤਾ ਨਹੀਂ ਤੇ ਗੁਰੂ ਕਹਿੰਦੇ ਸਨੇ ਸਨੇ ਮਨ ਮੋਰੋ ਤਹਾਂ, ਕਿਆ ਗੁਰ ਕਹੈ ਕਰੈ ਹਮ ਕਹਾਂ। ਵਿਚਾਰੀਏ ਤਾਂ ਸਹੀ ਕਿ ਗੁਰੂ ਕੀ ਕਹਿ ਰਹੇ ਨੇ, ਮੈਂ ਕੀ ਕਰ ਰਿਹਾ ਹਾਂ। ਬਾਣੀ ਰੂਪੀ ਸ਼ੀਸ਼ੇ ਦੇ ਵਿੱਚ, ਦਰਪਣ ਦੇ ਵਿੱਚ ਆਪਣੇ ਚਿਹਰੇ ਨੂੰ ਤੇ ਕਦੇ ਕਦੇ ਵੇਖੀਏ ਕਿ ਕਿਆ ਗੁਰ ਕਹੈ ਕਰੈ ਹਮ ਕਹਾਂ, ਗੁਰੂ ਕੀ ਕਹਿੰਦੇ ਨੇ, ਮੈਂ ਕੀ ਕਰ ਰਿਹਾ ਹਾਂ। ਤੇ ਜਿਸ ਦਿਨ ਵਾਕਿਆ ਗੰਭੀਰਤਾ ਦੇ ਨਾਲ ਵੇਖਾਂਗੇ, ਦਿਆਨਤਦਾਰੀ ਇਮਾਨਦਾਰੀ ਦੇ ਨਾਲ ਵੇਖਾਂਗੇ ਕਿ ਗੁਰੂ ਕੀ ਕਹਿ ਰਹੇ ਨੇ, ਮੈਂ ਕੀ ਕਰ ਰਿਹਾ ਹਾਂ, ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਜਾਏਗਾ। ਕਿਉਂਕਿ ਕਿਸੇ ਦੂਜੇ ਦਾ ਤੇ ਹੋ ਸਕਦਾ ਸਾਨੂੰ ਨਾ ਪਤਾ ਹੋਵੇ, ਪਰ ਆਪਣੇ ਆਪ ਨੂੰ ਜਿੰਨਾ ਅਸੀਂ ਆਪ ਜਾਣਦੇ ਹਾਂ ਕੋਈ ਦੂਜਾ ਨਹੀਂ ਜਾਣਦਾ ਹੈ। ਆਪਣੇ ਆਪ ਸਾਹਮਣੇ ਆ ਜਾਏਗਾ ਕਿ ਕਿੱਥੇ ਕਿੱਥੇ ਮੇਰੇ ਜੀਵਨ ਅੰਦਰ ਘਾਟ ਹੈ। ਘਾਟਾਂ ਦਿਸ ਗਈਆਂ,
ਫਿਰ ਗੁਰੂ ਇਹ ਨਹੀਂ ਕਹਿੰਦੇ ਕਿ ਤੂੰ ਤੁਰੰਤ ਬਦਲ। ਮਹਾਰਾਜ ਕਹਿੰਦੇ ਸਨੇ ਸਨੇ ਮਨ ਮੋਰੋ ਤਹਾਂ, ਸਹਿਜੇ ਸਹਿਜੇ ਆਪਣੇ ਆਪ ਨੂੰ ਮੋੜਨ ਦਾ ਯਤਨ ਕਰ। ਤੂੰ ਸਹਿਜੇ ਸਹਿਜੇ ਵੀ ਯਤਨ ਕਰੇਗਾ ਤੇ ਫਰਕ ਪੈ ਜਾਏਗਾ, ਤੇ ਜੇ ਯਤਨ ਕਰੇਗਾ ਹੀ ਕੋਈ ਨਾ ਤੇ ਫਿਰ ਗੱਲ ਵੀ ਨਹੀਂ ਬਣ ਸਕਦੀ ਹੈ। ਸੋ ਖੈਰ ਕਬੀਰ ਸਾਹਿਬ ਜੀ ਵਿਚਾਰ ਅੱਗੇ ਤੁਰਦੇ ਹੋਏ ਅਗਲੇ ਸ਼ਲੋਕ 'ਚ 159 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਨੇ, ਕਬੀਰ ਹੈ ਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ। ਇਹ ਦੋ ਇਸਤਰੀਆਂ ਦੀ ਤੁਲਨਾ ਕੀਤੀ ਆ ਕਬੀਰ ਜੀ ਨੇ ਇਸ ਸ਼ਲੋਕ ਅੰਦਰ, ਜਾਂ ਇਹ ਦੋ ਸ਼ਲੋਕਾਂ ਦੇ ਵਿੱਚ 159 160 ਨੰਬਰ ਸ਼ਲੋਕ। ਇੱਕ ਉਸ ਛਤਰਪਤੀ ਚੱਕਰਵਰਤੀ ਮਹਾਰਾਜੇ ਦੀ ਮਹਾਰਾਣੀ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਦੇ ਕੋਲ ਸੁੱਖ ਸਹੂਲਤ ਪਦਾਰਥ ਰਾਜ ਮਹਿਲਾਂ ਹਾਥੀ ਘੋੜਿਆਂ ਦਾ ਕੋਈ ਘਾਟਾ ਨਹੀਂ ਹੈ। ਹੈ ਦਾ ਮਤਲਬ ਹੈ ਹਾਏ ਘੋੜੇ, ਗਏ ਦਾ ਮਤਲਬ ਹੈ ਗਏ ਗੱਜ ਹਾਥੀ, ਹੈ ਘੋੜੇ ਗਏ ਹਾਥੀ। ਵਾਹਣ ਦਾ ਭਾਵ ਹੈ ਆਉਣ ਜਾਣ ਵਾਲੀਆਂ ਸਵਾਰੀਆਂ। ਪੁਰਾਣੇ ਸਮੇਂ ਦੇ ਵਿੱਚ ਰੱਥ ਆਦਿਕ ਹੁੰਦੇ ਸਨ, ਤੇ ਕਬੀਰ ਸਾਹਿਬ ਕਹਿੰਦੇ ਕਿਸੇ ਦੇ ਕੋਲ ਕਿੰਨੇ ਹੀ ਹਾਥੀ ਹੋਣ, ਕਿੰਨੇ ਹੀ ਘੋੜੇ ਹੋਣ, ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਅਸਵਾਰੀਆਂ ਹੋਣ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਲਈ, ਛਤਰਪਤੀ ਕੀ ਨਾਰ, ਵੱਡੇ ਛਤਰਪਤੀ ਬਹੁਤ ਵੱਡੇ ਬਾਦਸ਼ਾਹ ਮਹਾਰਾਜੇ ਦੀ ਕੋਈ ਮਹਾਰਾਣੀ ਹੋਵੇ, ਵੱਡੇ ਰਾਜ ਦੀ ਮਲਕਾ, ਸੁੱਖ ਸਹੂਲਤਾਂ ਦੀ ਮਲਕਾ, ਉੱਚੇ ਮਹਿਲਾਂ ਦੀ ਮਲਕਾ, ਬੈਠਿਆਂ ਬਿਠਾਇਆਂ ਹੁਕਮ ਕਰਦੀ ਹੋਵੇ ਤੇ ਸੇਵਾ ਦੇ ਲਈ ਦਾਸੀਆਂ ਦਾਸ ਤੁਰੰਤ ਹਾਜ਼ਰ ਹੋ ਜਾਣ, ਇਹਨਾਂ ਉਹਦਾ ਬਾਹਰੀ ਪ੍ਰਭਾਵ ਪ੍ਰਤਾਪ ਹੋਵੇ। ਪਰ ਕਬੀਰ ਸਾਹਿਬ ਕਹਿੰਦੇ ਤਾਸ ਪਟੰਤਰ ਨਾ ਪੁੱਜੈ, ਹਰ ਜਨ ਕੀ ਪਨਹਾਰ। ਇੱਕ ਪਾਸੇ ਮਲਕਾ ਹੋਵੇ, ਮਹਾਰਾਣੀ ਹੋਵੇ, ਰਾਣੀ ਹੋਵੇ, ਤੇ ਦੂਜੇ ਪਾਸੇ ਹੋਵੇ ਕੋਈ ਹਰਜਨ ਕੀ ਪਨਹਾਰ, ਪਰਮਾਤਮਾ ਦੇ ਸੇਵਕਾਂ ਭਗਤਾਂ ਦੀ ਦਾਸੀ, ਉਹਨਾਂ ਦੀ ਜਲ ਭਰਨ ਵਾਲੀ, ਹੋਰ ਸੇਵਾਵਾਂ ਕਰਨ ਵਾਲੀ ਸੇਵਕਾ ਦਾਸ। ਕਹਿੰਦੇ ਮਹਾਰਾਣੀ ਵੀ ਉਸ ਰੱਬੀ ਭਗਤਾਂ ਦੀ ਸੇਵਾ ਕਰਨ ਵਾਲੀ ਦਾਸੀ ਦੀ ਬਰਾਬਰੀ ਨਹੀਂ ਕਰ ਸਕਦੀ ਹੈ, ਜਿਹੜੀ ਦਿਨ ਰਾਤ ਪਰਮਾਤਮਾ ਦਾ ਭਜਨ ਕਰਦੀ ਹੈ ਤੇ ਭਜਨ ਕਰਨ ਵਾਲਿਆਂ ਦੀ ਸੇਵਾ ਕਰ ਰਹੀ ਹੈ। ਭਾਵ ਜਿਹਦੇ ਕੋਲ ਬੇਸ਼ੁਮਾਰ ਧਨ ਹੈ ਉਹਨੂੰ ਕਬੀਰ ਸਾਹਿਬ ਕਹਿੰਦੇ ਕੁਝ ਨਹੀਂ ਹੈ, ਪਰ ਜਿਹੜੀ ਸੇਵਾ 'ਚ ਇਸਤਰੀ ਲੱਗੀ ਹੈ ਉਹਨੂੰ ਕਹਿੰਦੇ ਹਨ ਬੜੀ ਉੱਤਮ ਹੈ, ਬੜੀ ਸ੍ਰੇਸ਼ਟ ਹੈ। ਤੇ ਇਸੇ ਗੱਲ ਦੀ ਅਗਲੇ ਸ਼ਲੋਕ 'ਚ ਉਹਨਾਂ ਨੇ ਹੋਰ ਵਿਆਖਿਆ ਕੀਤੀ। ਜਦੋਂ ਇਹ ਕਬੀਰ ਸਾਹਿਬ ਨੂੰ ਕਿਸੇ ਨੇ ਕਿਹਾ ਜੀ ਇੱਦਾਂ ਤੇ ਫਿਰ ਤੁਸੀਂ ਮਹਾਰਾਣੀ ਦੀ ਨਿੰਦਿਆ ਕਰ ਰਹੇ ਜੀ, ਇਹ ਤੇ ਰਾਣੀ ਦੀ ਨਿੰਦਿਆ ਹੋ ਗਈ। ਤੇ ਕਬੀਰ ਸਾਹਿਬ ਅੱਗੇ ਕਹਿੰਦੇ ਹਨ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਿਉਂ ਮਹਾਰਾਣੀ ਨੂੰ ਨਿੰਦਿਆ ਜਾ ਰਿਹਾ ਹੈ, ਕਿਉਂ ਪਰਮਾਤਮਾ ਦੇ ਭਗਤਾਂ ਦੀ ਸੇਵਾ ਕਰਨ ਵਾਲੀ ਦਾਸੀ ਨੂੰ ਮਾਣ ਸਨਮਾਨ ਆਦਰ ਤੇ ਇੱਜ਼ਤ ਕਿਉਂ ਦਿੱਤਾ ਜਾ ਰਿਹਾ ਹੈ, ਉਹਦਾ ਕਾਰਨ ਕੀ ਹੈ। ਕਹਿੰਦੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਮਹਾਰਾਣੀ ਉਹਦਾ ਸਜਣਾ ਸਵਰਨਾ ਵਿਸ਼ਿਆਂ ਵਿਕਾਰਾਂ ਵਾਲੀ ਬਿਰਤੀ, ਲੋਕ ਵਿਖਾਵੇ ਵਾਲੀ ਬਿਰਤੀ ਦੇ ਅਧੀਨ ਹੁੰਦਾ ਹੈ, ਪਰ ਦੂਜੇ ਪਾਸੇ ਜਿਹੜੀ ਪਰਮਾਤਮਾ ਦੇ ਭਗਤਾਂ ਦੀ ਸੇਵਾ ਕਰਨ ਵਾਲੀ ਉਹ ਸਿਮਰੈ ਹਰ ਨਾਮ। ਉਹਦੇ ਅੰਦਰ ਕੋਈ ਵਿਕਾਰ ਨਹੀਂ, ਕੋਈ ਵਾਸ਼ਨਾ ਨਹੀਂ, ਉਹ ਦਿਨ ਰਾਤ ਪਰਮਾਤਮਾ ਨੂੰ ਸਿਮਰ ਰਹੀ ਹੈ। ਤੇ ਇਹ ਗੁਰੂ ਕੀ ਬਾਣੀ ਦਾ ਭਗਤਾਂ ਦਾ ਸਿਧਾਂਤ ਹੈ ਕਿ ਜਿਹੜਾ ਅਕਾਲ ਪੁਰਖ ਦੇ ਸਿਮਰਨ 'ਚ ਜੁੜਿਆ, ਭਾਵੇਂ ਪੁਰਖ ਹੈ ਭਾਵੇਂ ਇਸਤਰੀ ਹੈ, ਉਹ ਉੱਤਮ ਹੈ। ਤੇ ਜਿਹੜਾ ਉਹਦੇ ਸਿਮਰਨ ਤੋਂ ਇਬਾਦਤ ਤੋਂ ਟੁੱਟਿਆ ਹੈ, ਉਹ ਭਾਵੇਂ ਜਿੰਨੇ ਮਰਜ਼ੀ ਉੱਚੇ ਮਹਿਲਾਂ ਦਾ ਮਾਲਕ ਹੋਵੇ, ਮਹਾਰਾਜ ਕਹਿੰਦੇ ਕੁਝ ਨਹੀਂ। ਜਪਜੀ ਸਾਹਿਬ 'ਚ ਹੀ ਆਪਾਂ ਪੜ੍ਹਦੇ ਹਾਂ, ਜਿੱਥੇ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕਿਸੇ ਦਾ ਰਾਜ ਇੰਨਾ ਵਿਸ਼ਾਲ ਹੋਵੇ ਜਿੰਨੇ ਵਿਸ਼ਾਲ ਸਮੁੰਦਰ ਹਨ, ਸਾਗਰ ਹਨ, ਔਰ ਉੱਚੇ ਉੱਚੇ ਪਹਾੜਾਂ ਜਿੰਨੇ। ਕਿਸੇ ਦੇ ਕੋਲ ਹੀਰੇ ਚਾਂਦੀ ਖਜ਼ਾਨੇ ਦੇ ਢੇਰ ਹੋਣ ਬਹੁਤ ਜ਼ਿਆਦਾ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਮਹਾਰਾਜ ਕਹਿੰਦੇ ਇੱਕ ਪਾਸੇ ਵੱਡੇ ਰਾਜ ਭਾਗ ਦਾ ਕੋਈ ਮਾਲਕ ਜਿਹਦੇ ਖਜ਼ਾਨੇ ਬੜੇ ਹਨ,
ਪਹਾੜਾਂ ਜਿੰਨੇ ਖਜ਼ਾਨਿਆਂ ਦੇ ਢੇਰ ਲੱਗੇ ਨੇ, ਪਰ ਉਹ ਉਸ ਕੀੜੀ ਦੀ ਬਰਾਬਰੀ ਵੀ ਨਹੀਂ ਕਰ ਸਕਦਾ ਜਿਹੜੀ ਕੀੜੀ ਨੂੰ ਪਰਮੇਸ਼ਰ ਚੇਤੇ ਹੈ। ਕੀੜੀ ਤੁਰ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਿਉਂਕਿ ਗੁਰਬਾਣੀ ਨੇ ਉੱਤਮ ਉਸੇ ਨੂੰ ਕਿਹਾ ਹੈ ਜਿਹੜਾ ਮਾਲਕ ਦੀ ਇਬਾਦਤ ਬੰਦਗੀ 'ਚ ਜੁੜਿਆ। ਜਿਸ ਨਾਮ ਰਿਧੈ ਸੋਈ ਵੱਡ ਰਾਜਾ। ਉੱਤਮ ਉਹ ਹੈ ਜਿਹਦੇ ਹਿਰਦੇ 'ਚ ਮਾਲਕ ਦੇ ਨਾਮ ਬਾਣੀ ਦਾ ਪ੍ਰਕਾਸ਼, ਤੇ ਜਿਹੜਾ ਨਾਮ ਬਾਣੀ ਦੇ ਪ੍ਰਕਾਸ਼ ਗਿਆਨ ਤੋਂ ਟੁੱਟਿਆ ਪਿਆ ਹੈ ਉਹ ਗੁਰੂ ਕੀ ਨਜ਼ਰ ਦੇ ਵਿੱਚ ਨੀਵਾਂ ਹੀ ਹੈ, ਉਹ ਉੱਤਮ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮਤ ਸਮਝੋ ਕਿ ਕੋਈ ਮਹਿਲਾਂ ਦੇ ਵਿੱਚ ਬੈਠੀ ਹੋਈ ਰਾਣੀ ਹੈ ਤੇ ਬਹੁਤ ਜ਼ਿਆਦਾ ਉੱਤਮ ਹੈ, ਸ੍ਰੇਸ਼ਟ ਹੈ। ਉਹਦੇ ਨਾਲੋਂ ਸੇਵਾ ਕਰਨ ਵਾਲੀ ਇੱਕ ਸਧਾਰਨ ਇਸਤਰੀ ਕਿਤੇ ਜ਼ਿਆਦਾ ਉੱਤਮ ਹੈ, ਜਿਹੜੀ ਪਰਮਾਤਮਾ ਦੀ ਇਬਾਦਤ 'ਚ ਜੁੜੀ ਹੈ, ਜਿਹਦੇ ਮਨ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਿਸ਼ਿਆਂ ਵਿਕਾਰਾਂ ਤੇ ਵਾਸ਼ਨਾਵਾਂ ਦਾ ਕੋਈ ਪ੍ਰਭਾਵ ਨਹੀਂ ਹੈ। ਹਰ ਵਕਤ ਜਿਹੜੀ ਸੇਵਾ ਤੇ ਸਿਮਰਨ ਨੂੰ ਜੀਵਨ ਦਾ ਆਧਾਰ ਬਣਾ ਕੇ ਵਿਚਰਦੀ ਹੈ। ਇਦੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਥੂਨੀ ਪਾਈ ਥਿਤ ਭਈ ਸਤਿਗੁਰ ਬੰਦੀ ਧੀਰ। ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਮਹਿਰਾਮਤ ਵਰਤਾਈ ਹੈ, ਸਾਡੇ ਜੀਵਨ ਅੰਦਰ ਧੀਰਜ ਬਣਾ ਦਿੱਤਾ। ਹੌਸਲੇ ਵਾਲੀ ਬਿਰਤੀ ਧੀਰਜ ਵਾਲੀ ਬਿਰਤੀ ਹੈ, ਸਹਿਜ ਵਾਲੀ। ਇਹਨੂੰ ਸਹਿਜ ਵਾਲੀ ਬਿਰਤੀ ਕਿੰਨੀ ਵਾਰ ਗੁਰੂ ਕੀ ਬਾਣੀ ਅੰਦਰ ਸਹਿਜ ਸ਼ਬਦ ਆਉਂਦਾ ਹੈ। ਸਹਿਜ ਦਾ ਭਾਵ ਹੈ ਆਤਮਕ ਅਡੋਲਤਾ ਵਾਲੀ ਬਿਰਤੀ, ਬਰਦਾਸ਼ਤ ਕਰਨ ਵਾਲੀ ਬਿਰਤੀ। ਕਿਉਂਕਿ ਅਕਸਰ ਗੁਰੂ ਨੇ ਬਾਣੀ 'ਚ ਵੀ ਕਿਹਾ ਹੈ ਕਿ ਕਈ ਵਾਰ ਘਟਨਾਵਾਂ ਵਰਤਦੀਆਂ ਨੇ, ਬੰਦਾ ਇੱਕਦਮ ਕ੍ਰੋਧੀ ਹੋ ਗਿਆ, ਤੇ ਕ੍ਰੋਧ ਦਾ ਇੱਕ ਸੁਭਾਅ ਹੈ। ਕ੍ਰੋਧ ਅੱਖਾਂ ਵਾਲਿਆਂ ਨੂੰ ਅੰਨ੍ਹਿਆਂ ਕਰ ਦਿੰਦਾ ਹੈ। ਕੰਨ ਤੇ ਹੈ ਪਰ ਕੰਨ ਹੋਣ ਦੇ ਬਾਵਜੂਦ ਬੰਦੇ ਨੂੰ ਬੋਲਾ ਕਰ ਦਿੰਦਾ ਹੈ। ਸੁਰਤ ਤੇ ਮਤ ਤੇ ਕ੍ਰੋਧ ਦਾ ਪਰਦਾ ਪੈਂਦਾ ਹੈ। ਚੰਗਾ ਸੋਚਣ ਦਾ ਜਿਹੜਾ ਸੁਭਾਅ ਹੈ ਉਹ ਬੰਦੇ ਦਾ ਮੁੱਕ ਜਾਂਦਾ ਹੈ। ਕ੍ਰੋਧੀ ਬੰਦਾ ਨਾ ਚੰਗਾ ਸੋਚ ਪਾਉਂਦਾ ਹੈ, ਨਾ ਵੇਖ ਪਾਉਂਦਾ ਹੈ, ਨਾ ਸੁਣ ਪਾਉਂਦਾ ਹੈ, ਕਿਉਂਕਿ ਕ੍ਰੋਧ ਹਾਵੀ ਹੈ। ਮਹਾਰਾਜ ਕਹਿੰਦੇ ਹੈ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ ਵਿਖਯੰਤ ਜੀਵ ਵਸਿਯੰ ਕ੍ਰੋਧ ਨਿਰਤਯੰ ਕ੍ਰੋਧ ਜਥਾ ਮਰਕਟੇ। ਇਹ ਝਗੜੇ ਦੇ ਮੂਲ ਕਾਰਨ ਕ੍ਰੋਧ। ਜਦੋਂ ਤੂੰ ਕਿਸੇ ਤੇ ਹਾਵੀ ਹੋ ਜਾਏ, ਕਿਸੇ ਨੂੰ ਆਪਣੇ ਕਬਜ਼ੇ 'ਚ ਕਰ ਲਵੇਂ, ਤੇ ਫਿਰ ਜੀਵ ਏਦਾਂ ਨੱਚਦਾ ਟੱਪਦਾ ਹੈ ਜਿਵੇਂ ਬਾਂਦਰ ਨੱਚ ਰਿਹਾ ਹੈ। ਲੋਭੀ ਦੀ ਗੱਲ ਵੀ ਗੁਰੂ ਨੇ ਬਾਂਦਰ ਦੇ ਨੱਚਣ ਦੇ ਨਾਲ ਕੀਤੀ, ਤੇ ਕ੍ਰੋਧੀ ਦੀ ਗੱਲ ਵੀ ਇੱਥੇ ਬਾਂਦਰ ਦੇ ਨਾਲ ਕਰਦੇ ਹਨ। ਕਾਰਨ ਕੀ? ਮਹਾਰਾਜ ਕਹਿੰਦੇ ਜਦੋਂ ਕ੍ਰੋਧ ਸੁਰਤ ਤੇ ਹਾਵੀ ਹੁੰਦਾ ਹੈ, ਬੰਦੇ ਦੇ ਜੀਵਨ 'ਚੋਂ ਧੀਰਜ ਮੁੱਕ ਗਿਆ, ਸਹਿਜ ਮੁੱਕ ਗਿਆ। ਕ੍ਰੋਧ ਕਰਕੇ ਇਹਨੇ ਐਕਸ਼ਨ ਕਰ ਦਿੱਤਾ, ਕਰਮ ਕਰ ਦਿੱਤਾ। ਬਾਅਦ 'ਚ ਭਾਵੇਂ ਉਸ ਕਰਮ ਦਾ ਇਹਨੂੰ ਪਛਤਾਵਾ ਹੋਵੇ, ਪਰ ਉਦੋਂ ਇਹਨੇ ਨਾ ਸੋਚਿਆ ਇਹ ਕੰਮ ਕਰਨਾ ਚਾਹੀਦਾ ਸੀ, ਨਹੀਂ ਕਰਨਾ। ਇਤਿਹਾਸ ਦੀ ਆਪਾਂ ਘਟਨਾ ਪੜ੍ਹਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਸਿੰਘਾਸਨਾਂ ਤੇ ਸੁਭਾਏਮਾਨ ਹਨ। ਗੁਰੂ ਕੇ ਸਿੱਖ ਗੁਰੂ ਕੇ ਚਰਨਾਂ 'ਚ ਜੁੜੇ ਨੇ, ਜੈ ਜੈਕਾਰ ਹੋ ਰਹੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਔਰ ਕਰੀਬਨ 85-90 ਵਰ੍ਹਿਆਂ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਅਤ ਬਜ਼ੁਰਗੀ ਦੀ ਉਮਰ ਗੁਰੂ ਨਾਨਕ ਜੀ ਦੇ ਸਿੰਘਾਸਨਾਂ ਤੇ ਸੁਭਾਏਮਾਨ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ, ਤੇ ਦਰਬਾਰ ਦੇ ਵਿੱਚ ਕ੍ਰੋਧ ਦੇ ਨਾਲ ਭਰਿਆ ਹੋਇਆ, ਲੋਹਾ ਲਾਖਾ ਹੋਇਆ ਦਾਤੂ ਆਇਆ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪੁੱਤਰ ਹੈ। ਦੋ ਪੁੱਤਰ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਇੱਕ ਭਾਈ ਦਾਤੂ, ਇੱਕ ਭਾਈ ਦਾਸੂ। ਇਹ ਭਾਈ ਦਾਤੂ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ 'ਚ। ਕਿੰਨਾ ਗੁੱਸਾ, ਕਿੰਨਾ ਕ੍ਰੋਧ ਉਹਦੀ ਸੁਰਤ ਤੇ ਹਾਵੀ ਹੋਏਗਾ। ਇਹ ਨਹੀਂ ਵੇਖਿਆ ਕਿ ਬਜ਼ੁਰਗ ਨੇ 90 ਵਰ੍ਹਿਆਂ ਦੇ, ਇਹ ਨਹੀਂ ਵੇਖਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਇਹ ਨਹੀਂ ਸੋਚਿਆ ਕਿ ਗੁਰੂ ਨਾਨਕ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਪਿਆ ਹੈ। ਕ੍ਰੋਧ ਦੇ ਨਾਲ ਭਰਿਆ ਹੋਇਆ ਆਇਆ ਹੈ, ਤੇ ਗੁਰੂ ਅਮਰਦਾਸ ਮਹਾਰਾਜ ਨੂੰ ਜ਼ੋਰ ਦੇ ਨਾਲ ਲੱਤ ਮਾਰ ਕੇ ਸਿੰਘਾਸਨਾਂ ਤੋਂ ਸੁੱਟ ਦਿੰਦਾ ਹੈ। ਅਸੀਂ ਅੱਜ ਕਹਿੰਦੇ ਹਾਂ ਜੀ ਗੁਰੂ ਕੀ ਬੇਅਦਬੀ ਹੋਈ, ਲੋਕ ਬੇਅਦਬੀ ਕਰਦੇ ਨੇ। ਕਿੰਨੇ ਤਰ੍ਹਾਂ ਦੇ ਨਾਲ ਉਹ ਲੋਕ ਵੇਖੋ ਰੋਜ਼ ਘਟਨਾਵਾਂ ਵਰਤ ਰਹੀਆਂ ਨੇ। ਕੈਸੀ ਮਾਨਸਿਕਤਾ ਹੋਵੇਗੀ ਉਹਨਾਂ ਲੋਕਾਂ ਦੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਆਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ, ਉਹਨਾਂ ਦੀ ਬੇਅਦਬੀ ਕਰ ਦੇਣੀ, ਹੋਰ ਤਰੀਕਿਆਂ ਦੇ ਨਾਲ
ਬੇਅਦਬੀ ਕਰਨੀ। ਪਿਛਲੇ ਸਮਿਆਂ 'ਚ ਕਿੰਨੀਆਂ ਘਟਨਾਵਾਂ ਵਰਤੀਆਂ, 2-3 ਦਿਨ ਪਹਿਲਾਂ ਵਰਤੀ। ਕਿੱਦਾਂ ਦੀ ਮਾਨਸਿਕਤਾ ਹੋਵੇਗੀ ਉਹਨਾਂ ਲੋਕਾਂ ਦੀ ਜਿਹੜੇ ਇਹ ਇੱਦਾਂ ਦੇ ਕਰਮ ਕਰਦੇ ਹਨ। ਇੱਦਾਂ ਦੇ ਕਰਮ ਕਿਸ ਪੱਧਰ ਤੋਂ ਉਹ ਡਿੱਗੇ ਹੋਣਗੇ ਅੰਦਰੋਂ, ਇਹ ਕਰਮ ਕਰ ਰਹੇ ਹਨ। ਹੁਣ ਆਪਾਂ ਉਹ ਭਾਈ ਦਾਤੂ ਦੀ ਬਿਰਤੀ ਵੇਖੀਏ, ਉਹ ਵੀ ਇਸੇ ਤਰ੍ਹਾਂ ਦੀ ਬੇਅਦਬੀ ਹੈ। ਕੋਈ ਕਿਸੇ ਤਰ੍ਹਾਂ ਦੇ ਨਾਲ ਲੱਤ ਮਾਰ ਰਿਹਾ, ਕੋਈ ਕਿਸੇ ਤਰ੍ਹਾਂ ਦੇ ਨਾਲ ਮਾਰ ਰਿਹਾ। ਭਾਈ ਦਾਤੂ ਆਇਆ, ਗੁਰੂ ਮਹਾਰਾਜ ਸਿੰਘਾਸਨਾਂ ਤੇ ਬੈਠੇ ਨੇ, ਸੰਗਤ ਜੁੜੀ ਹੈ। ਕੁਝ ਨਹੀਂ ਉਹਨੇ ਸੋਚਿਆ ਵਿਚਾਰਿਆ, ਕਿੰਨਾ ਕ੍ਰੋਧ ਉਹਦੇ ਮਨ 'ਚ ਹੋਏਗਾ। ਆਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਤ ਮਾਰ ਕੇ ਸਿੰਘਾਸਨਾਂ ਤੋਂ ਸੁੱਟ ਦਿੱਤਾ ਹੈ। ਅੱਜ ਦੇ ਲੋਕ ਵੀ ਜਿਹੜੇ ਕਰ ਰਹੇ ਨੇ, ਹਾਂ ਕਿਸੇ ਅੰਦਰ ਕ੍ਰੋਧ ਹੋ ਸਕਦਾ, ਈਰਖਾ, ਲੋਭ, ਕੋਈ ਹੋਰ ਕਿਸੇ ਤਰ੍ਹਾਂ ਦੇ ਵਿਕਾਰ ਦਾ ਵੇਗ ਹੋ ਸਕਦਾ ਹੈ, ਪਰ ਮਾਨਸਿਕ ਰੋਗੀ ਕਿਹਾ ਜਾ ਸਕਦਾ ਹੈ, ਮਾਨਸਿਕ ਰੋਗੀ। ਨਹੀਂ ਤੇ ਕੁਦਰਤੀ ਸਾਡਾ ਇੱਕ ਸੱਭਿਆਚਾਰ ਹੈ ਵੱਡਿਆਂ ਦੀ ਇੱਜ਼ਤ ਕਰਨ ਦਾ। ਹਰ ਧਰਮ ਦੇ ਧਰਮ ਗ੍ਰੰਥ ਦਾ ਸਤਿਕਾਰ ਕਰਨਾ ਫਰਜ਼ ਬਣਦਾ ਹੈ, ਬਲਕਿ ਹਰ ਕਿਤਾਬ ਦਾ, ਹਰ ਪੁਸਤਕ ਦਾ ਸਤਿਕਾਰ ਕਰਨਾ ਸਾਡਾ ਬਣਦਾ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਕਿਉਂਕਿ ਕਿਤਾਬਾਂ ਪੁਸਤਕਾਂ 'ਚੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ, ਜਿਹੜਾ ਗਿਆਨ ਸਾਨੂੰ ਸਮਝਦਾਰ ਬਣਾਉਂਦਾ ਹੈ, ਜਿੱਥੋਂ ਅਸੀਂ ਜਿਉਣਾ ਸਿੱਖਦੇ ਹਾਂ। ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ, ਇੱਕ ਇੱਕ ਪੋਥੀ, ਕਿਤਾਬ, ਪੁਸਤਕ ਦਾ ਸਤਿਕਾਰ ਹੋਣਾ ਚਾਹੀਦਾ। ਤੇ ਸਾਡਾ ਤੇ ਵੈਸੇ ਵੀ ਫਰਜ਼ ਬਣਦਾ ਹੈ, ਜਿਨ੍ਹਾਂ ਦਾ ਗ੍ਰੰਥ ਗੁਰੂ ਹੋਵੇ ਤੇ ਉਹ ਗ੍ਰੰਥਾਂ ਤੇ ਕਿਤਾਬਾਂ ਤੇ ਪੁਸਤਕਾਂ ਦਾ ਸਤਿਕਾਰ ਨਾ ਕਰਨ ਤੇ ਕਿੰਨੀ ਮਾੜੀ ਗੱਲ ਹੈ। ਤੇ ਜਿਹੜੇ ਲੋਕ ਬੇਅਦਬੀ ਕਰਦੇ ਨੇ, ਕਿੰਨੀ ਡਿੱਗੀ ਹੋਈ ਮਾਨਸਿਕਤਾ ਉਹਨਾਂ ਦੀ। ਹੁਣ ਕ੍ਰੋਧ ਨੇ ਇੰਨਾ ਜ਼ਿਆਦਾ ਸੁਰਤ ਤੇ ਪੜਦਾ ਪਾਇਆ ਕਿ ਪਤਾ ਹੀ ਨਹੀਂ ਹੈ ਕਿ ਮੈਂ ਕੀ ਕਰ ਰਿਹਾ ਹਾਂ। ਜੋ ਕਰ ਰਿਹਾ ਹਾਂ ਉਹ ਕਰਨ ਵਾਲਾ ਵੀ ਹੈ ਕਿ ਨਹੀਂ ਕਰਨ ਵਾਲਾ, ਪਰ ਕਰ ਰਿਹਾ ਹੈ। ਕਾਰਨ ਕੀ ਹੈ? ਅੰਦਰ ਧੀਰਜ ਨਹੀਂ ਹੈ, ਅੰਦਰ ਸਹਿਜ ਨਹੀਂ ਹੈ, ਅੰਦਰ ਉਹ ਵਿਸ਼ਾਲ ਨਜ਼ਰੀਆ ਨਹੀਂ ਹੈ, ਸੋਚ ਨਹੀਂ ਹੈ। ਇਹਨੇ ਤੇ ਕ੍ਰੋਧ ਦੇ ਨਾਲ ਲੱਤ ਮਾਰ ਕੇ ਸੁੱਟ ਦਿੱਤਾ। ਪਰ ਧੰਨ ਗੁਰੂ ਅਮਰਦਾਸ ਜੇ ਉਹ ਕ੍ਰੋਧ 'ਚ ਆ ਜਾਂਦੇ। ਹੁਣ ਵੇਖੋ, ਕੱਲ ਵੀ ਆਪਾਂ ਗੱਲ ਕੀਤੀ ਸੀ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜੇ ਗੁਰੂ ਅਮਰਦਾਸ ਕ੍ਰੋਧ ਦੇ ਵਿੱਚ ਆ ਕੇ ਇੱਕ ਇਸ਼ਾਰਾ ਸਿੱਖਾਂ ਨੂੰ ਕਰਦੇ ਕਿ ਦਾਤੂ ਨੇ ਜਿਉਂਦਾ ਰਹਿਣਾ ਸੀ, ਦਾਤੂ ਦਾ ਕੀ ਹਾਲ ਬਣਦਾ ਉੱਥੇ। ਜੇ ਮਹਾਰਾਜ ਇੱਕ ਇਸ਼ਾਰਾ ਕਰਕੇ ਕਹਿੰਦੇ ਕਿ ਮਾਰੋ ਇਹਨੂੰ, ਇਹ ਕੌਣ ਹੈ ਜਿਹੜਾ ਗੁਰੂ ਦਰਬਾਰ 'ਚ ਆ ਕੇ ਗੁਰੂ ਨੂੰ ਲੱਤਾਂ ਮਾਰ ਰਿਹਾ ਹੈ। ਪਰ ਉਸ ਹੀ ਮੌਕੇ ਤੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਾਅ ਦਾ ਧੀਰਜ, ਪੇਸ਼ਨ, ਅਜ਼ਰ ਨੂੰ ਜਰਨ ਵਾਲੀ ਬਿਰਤੀ, ਸਹਿਜ ਅਵਸਥਾ ਦੀ ਜੇ ਅਸੀਂ ਪ੍ਰਤੱਖ ਆਪਣੇ ਇਤਿਹਾਸ 'ਚੋਂ ਮਿਸਾਲ ਵੇਖਣੀ ਹੈ ਤੇ ਸ਼ਾਇਦ ਏਡੋਂ ਵੱਡੀ ਮਿਸਾਲ ਹੋਰ ਕੋਈ ਨਾ ਹੋਵੇ। ਅਜ਼ਰ ਨੂੰ ਜਰ ਕਿੱਦਾਂ ਲੈਣਾ ਹੈ। ਇੱਕ ਹੋਰ ਆਪਾਂ ਕੱਲ ਪਰਸੋਂ ਵਿਚਾਰ ਕੀਤੀ ਸੀ, ਖਿਮਾ ਸ਼ੋਭਤੀ ਹੈ ਉਸ ਭਯੰਗ ਕੋ ਜਿਸਕੇ ਦਾਂਤ ਜ਼ਹਿਰ ਹੋ। ਉਹਨੂੰ ਖਿਮਾ ਸ਼ੋਭਦੀ ਹੈ ਜਿਹਦੇ ਕੋਲ ਸਮਰੱਥਾ ਵੀ ਹੈ ਤੇ ਉਹ ਫਿਰ ਵੀ ਮੁਆਫ ਕਰ ਰਿਹਾ। ਹੁਣ ਗੁਰੂ ਅਮਰਦਾਸ ਕੋਲ ਤੇ ਸਮਰੱਥਾ ਸੀ, ਸਿੱਖ ਮਰ ਮਿਟਣ ਦੇ ਲਈ ਤਿਆਰ ਨੇ ਗੁਰੂ ਖਾਤਰ। ਗੁਰੂ ਇੱਕ ਇਸ਼ਾਰਾ ਕਰਦੇ ਤੇ ਦਾਤੂ ਦਾ ਉਸੇ ਵਕਤ ਖੇਲ ਖਤਮ ਹੋ ਜਾਣਾ ਸੀ। ਪਰ ਮਹਾਰਾਜ ਇਹ ਹੈ ਬਖਸ਼ਣਹਾਰ, ਇਹ ਹੈ ਧੀਰਜ ਵਾਲੀ ਬਿਰਤੀ, ਅਜ਼ਰ ਨੂੰ ਜਰਨ ਵਾਲੀ ਬਿਰਤੀ। ਇਸੇ ਕਰਕੇ ਤੇ ਆਪਾਂ ਕਹਿੰਦੇ ਆ ਮਹਾਰਾਜ ਤਾਕਤ ਵਾਲੇ ਲੋਕ ਬੜੇ ਦੁਨੀਆ ਤੇ ਹੋਣਗੇ, ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ। ਤੁਹਾਡੀ ਵਡਿਆਈ ਤੁਹਾਡੀ ਹੈ ਮਹਾਰਾਜ, ਤੁਹਾਡੀ ਬਰਾਬਰੀ ਕੋਈ ਦੂਜਾ ਨਹੀਂ ਕਰ ਸਕਦਾ। ਐਸਾ ਨਹੀਂ ਹੈ ਕਿ ਲੋਕ ਸੇਵਾ ਨਹੀਂ ਕਰਦੇ, ਪਰ 70-75 ਵਰਿਆਂ ਦੀ ਉਮਰ ਦੇ ਵਿੱਚ ਸੇਵਾ ਕਰਨੀ ਹੈ ਤੇ ਤੁਸੀਂ ਕਰ ਸਕਦੇ। ਲੋਕ ਤੇ ਕਹਿੰਦੇ ਨਾ ਜੀ ਹੁਣ ਤੇ ਬਜ਼ੁਰਗ ਹੋ ਗਏ, ਹੁਣ ਕੀ ਹੋ ਸਕਦਾ ਹੈ। ਧੰਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ। ਧੀਰਜ ਵਾਲਾ ਜੀਵਨ, ਧੀਰਜ ਵਾਲਾ, ਅਜ਼ਰ ਨੂੰ ਜਰਨ ਵਾਲਾ ਜੀਵਨ। ਕਬੀਰ ਸਾਹਿਬ ਕਹਿੰਦੇ ਇਦਾਂ ਦਾ ਜੀਵਨ ਬਣ ਜਾਂਦਾ ਹੈ, ਪਰ ਬਣਦਾ ਕਦੋਂ ਹੈ? ਜਦੋਂ ਗੁਰੂ ਪੂਰੇ ਦੀ ਰਹਿਮਤ ਕਿਰਪਾ ਵਰਤਦੀ ਹੈ। ਕਬੀਰ ਥੂਨੀ ਪਾਈ ਥਿਤ ਭਈ। ਥੂਨੀ ਦਾ ਮਤਲਬ ਹੈ ਥੰਮੀ, ਸਹਾਰਾ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਜਿਉਂ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥਮਣ। ਕਬੀਰ ਸਾਹਿਬ ਕਹਿੰਦੇ ਥੂਨੀ ਪ੍ਰਾਪਤ ਹੋ ਗਈ, ਥੰਮੀ ਮਿਲ ਗਈ ਹੈ ਇਸ ਮਨ ਨੂੰ ਸਹਾਰਾ ਗੁਰੂ ਦੇ ਸ਼ਬਦ ਦਾ। ਹੁਣ ਇਹ ਮਨ ਟਿਕ ਗਿਆ ਹੈ।
ਇਸ ਮਨ ਨੂੰ ਟਿਕਾ ਪ੍ਰਾਪਤ ਹੋ ਗਿਆ ਹੈ। ਤੇ ਇਹ ਟਿਕਾ ਪ੍ਰਾਪਤ ਕਿੱਦਾਂ ਹੋਇਆ ਹੈ? ਸਤਿਗੁਰ ਬੰਦੀ ਧੀਰ, ਗੁਰੂ ਨੇ ਕਿਰਪਾ ਕਰਕੇ ਇਹ ਧੀਰਜ ਦੀ ਘਾੜਤ ਜੀਵਨ ਦੇ ਅੰਦਰ ਘੜੀ ਹੈ। ਗੁਰੂ ਨੇ ਕਿਰਪਾ ਕਰਕੇ ਅੰਦਰ ਧੀਰਜ ਵਰਤਾਇਆ ਹੈ। ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ। ਹੁਣ ਕਬੀਰ ਸਾਹਿਬ ਕਹਿੰਦੇ ਅਸੀਂ ਵੀ ਵਾਹਿਗੁਰੂ ਦੇ ਨਾਮ ਰੂਪੀ ਹੀਰੇ ਨੂੰ ਵਣਜ ਲਿਆ ਹੈ। ਸਾਨੂੰ ਵੀ ਨਾਮ ਰੂਪੀ ਹੀਰਾ ਪ੍ਰਾਪਤ ਹੋ ਗਿਆ। ਤੇ ਉਹ ਨਾਮ ਰੂਪੀ ਹੀਰਾ ਮਿਲਿਆ ਕਿੱਥੋਂ ਹੈ? ਮਾਨ ਸਰੋਵਰ ਤੀਰ। ਇੱਥੇ ਮਾਨ ਸਰੋਵਰ ਦਾ ਮਤਲਬ ਹੈ ਸਤ ਸੰਗਤ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਕੀ ਸੰਗਤ ਮਾਨ ਸਰੋਵਰ ਹੈ। ਮਾਨ ਸਰੋਵਰ ਜਿੱਥੇ ਗੁਰੂ ਕੇ ਸਿੱਖ ਸਤ ਸੰਗੀ ਆਉਂਦੇ ਨੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇੱਥੇ ਆ ਕੇ ਅਸੀਂ ਗੁਰੂ ਕੋਲੋਂ ਸ਼ਬਦ ਦੀ ਦਾਤ, ਨਾਮ ਬਾਣੀ ਦੀ ਦਾਤ, ਉਹ ਆਤਮਿਕ ਜੀਵਨ ਨੂੰ ਸਵਾਰਨ ਵਾਲੇ ਕਰਤੇ ਪੁਰਖ ਦੇ ਸਿਮਰਨ ਦੀ ਦਾਤ ਇੱਥੋਂ ਪ੍ਰਾਪਤ ਕਰਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਸੰਗਤ 'ਚ ਜੁੜੇ, ਗੁਰੂ ਕਾ ਸ਼ਬਦ ਤੇ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਮਿਲ ਗਿਆ। ਜਿਹੜੇ ਹੀਰੇ ਦੀ ਬਰਕਤ ਸਦਕਾ ਇੱਕ ਤੇ ਮਨ ਦਾ ਇੱਧਰ ਉੱਧਰ ਨੂੰ ਭਟਕਣ ਵਾਲਾ ਜਿਹੜਾ ਸੁਭਾਅ ਸੀ ਉਹ ਮੁੱਕ ਗਿਆ। ਦੂਜੇ ਨੰਬਰ ਤੇ ਜੀਵਨ ਅੰਦਰ ਧੀਰਜ ਬਣ ਗਿਆ, ਸਹਿਜ ਬਣ ਗਿਆ, ਪੇਸ਼ਨ ਜੀਵਨ 'ਚ ਆ ਗਈ। ਅਜ਼ਰ ਨੂੰ ਜਰਨ ਵਾਲੀ ਬਿਰਤੀ ਬਣ ਗਈ। ਇਹ ਨਹੀਂ ਕਿ ਹੁਣ ਵਿਕਾਰ ਓਵਰ ਕੰਟਰੋਲ ਕਰ ਦਿੰਦੇ ਹਨ, ਵਸੋਂ ਗੱਲ ਬਾਹਰ ਕਰ ਦਿੰਦੇ ਹਨ। ਨਹੀਂ, ਕਹਿੰਦੇ ਹੁਣ ਉਹਨਾਂ ਵਿਕਾਰਾਂ ਦੇ ਵਿੱਚ ਵੀ ਕਿੱਦਾਂ ਆਪਣੇ ਜੀਵਨ ਨੂੰ ਸੰਭਾਲ ਕੇ ਜੀਵਨ ਦਾ ਬੈਲੈਂਸ ਬਣਾ ਕੇ, ਬੋਲਾਂ ਦਾ, ਵੇਖਣ ਦਾ, ਕਰਮਾਂ ਦਾ ਬੈਲੈਂਸ ਬਣਾ ਕੇ ਚੱਲਣਾ ਹੈ। ਹੁਣ ਉਹ ਗੁਰੂ ਦੀ ਕਿਰਪਾ ਸਦਕਾ ਸਮਝ ਆ ਚੁੱਕੀ ਹੈ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਹਰ ਹੀਰਾ ਜਨ ਜੋਹਰੀ ਲੇਕੈ ਮਾਂਡੈ ਹਾਟ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹ ਹੀਰਾ ਹੈ। ਤੇ ਹੀਰੇ ਦੇ ਵਪਾਰੀ ਕੌਣ ਹਨ? ਜਨ ਜੋਹਰੀ, ਪਰਮਾਤਮਾ ਦੇ ਸੇਵਕ, ਨੀਕੇ ਸਾਚੇ ਕੇ ਵਪਾਰੀ। ਦੋ ਤਰ੍ਹਾਂ ਦੇ ਵਪਾਰੀਆਂ ਦੀ ਗੱਲ ਗੁਰੂ ਬਾਣੀ 'ਚ ਕਰਦੇ ਨੇ। ਮਾਇਆ ਦੇ ਵਪਾਰੀ, ਸਿਮਰਨ ਦੇ ਨਾਮ ਧਨ ਦੇ ਵਪਾਰੀ। ਕਿਨਹੀ ਬਣਜਿਆ ਕਾਂਚੀ ਤਾਂਬਾ, ਕਿਨਹੀ ਲੌਂਗ ਸਪਾਰੀ। ਸੰਤਾਂ ਬਣਜਿਆ ਨਾਮ ਗੋਬਿੰਦ ਕਾ, ऐसी खेप हमारी हर के नाम के व्यापारी। हीरा हाथ चढ़िया निर्मोलक, छूट गई संसारी। वो ਸਵਾਸਾਂ ਰੂਪੀ ਪੂੰਜੀ ਦੇ ਬਦਲੇ ਪਰਮਾਤਮਾ ਦਾ ਨਾਮ ਰੂਪੀ ਧਨ ਕਮਾਉਂਦੇ ਹਨ, ਧਨ ਕਮਾਉਂਦੇ ਨੇ। ਕਬੀਰ ਸਾਹਿਬ ਕਹਿੰਦੇ ਮਾਲਕ ਦਾ ਨਾਮ ਮਾਨੋ ਹੀਰੇ ਦੀ ਤਰ੍ਹਾਂ, ਮਾਲਕ ਹੀਰੇ ਦੀ ਤਰ੍ਹਾਂ ਹੈ। ਵਾਹਿਗੁਰੂ ਦੇ ਜਿਹੜੇ ਸੇਵਕ ਨੇ ਉਹ ਜੌਹਰੀ ਹਨ, ਨਾਮ ਸੌਦੇ ਵੱਖਰ ਦੇ ਵਪਾਰੀ ਨੇ। ਤੇ ਉਹ ਗੁਰੂ ਕੋਲੋਂ ਮਾਲਕ ਦੇ ਨਾਮ ਦੀ ਦਾਤ ਲੈ ਕੇ ਲੇਕੈ ਮਾਂਡੈ ਹਾਟ। ਮਾਂਡੈ ਦਾ ਮਤਲਬ ਹੈ ਸਵਾਰਨਾ, ਹਾਟ ਦਾ ਮਤਲਬ ਹੈ ਹਿਰਦਾ ਰੂਪੀ ਘਰ। ਹਿਰਦੇ ਰੂਪੀ ਘਰ ਨੂੰ ਵਾਹਿਗੁਰੂ ਦੇ ਜਿਹੜੇ ਸੇਵਕ ਨੇ ਉਹ ਨਾਮ ਦੇ ਨਾਲ ਸਵਾਰਦੇ ਹਨ, ਸ਼ਿੰਗਾਰਦੇ ਹਨ। ਕਿਉਂਕਿ ਭਗਤ ਦੇ ਜੀਵਨ ਦਾ ਸ਼ਿੰਗਾਰ ਕੀ ਹੈ? ਪਰਮਾਤਮਾ ਦਾ ਨਾਮ। ਹਾਂ, ਮਾਇਆ ਧਾਰੀ ਉਹਦੇ ਸ਼ਿੰਗਾਰ ਸਰੀਰ ਦੇ, ਤਨ ਦੇ ਪੱਧਰ ਦੇ ਸ਼ਿੰਗਾਰ ਹੋ ਸਕਦੇ ਨੇ, ਪਰ ਪਰਮਾਤਮਾ ਦੇ ਸੇਵਕ ਦੇ ਜਿਹੜੇ ਸ਼ਿੰਗਾਰ ਨੇ ਉਹ ਬਾਹਰ ਦੇ ਸ਼ਿੰਗਾਰ ਨਹੀਂ, ਉਹ ਅੰਦਰ ਦੇ ਸ਼ਿੰਗਾਰ, ਸ਼ੁਭ ਗੁਣਾਂ ਦੇ ਸ਼ਿੰਗਾਰ, ਚੰਗਿਆਈਆਂ ਦੇ ਸ਼ਿੰਗਾਰ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਐਸੇ ਕੁਝ ਸ਼ਬਦ ਆਉਂਦੇ ਨੇ ਜਿੱਥੇ ਮਹਾਰਾਜ ਨੇ ਅੰਦਰੂਨੀ ਸ਼ਿੰਗਾਰ ਦੀ ਗੱਲ ਕੀਤੀ ਹੈ। ਬਲਕਿ ਇੱਕ ਜਗ੍ਹਾ ਤੇ ਮਹਾਰਾਜ ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ੋਅ ਪਾਈ। ਇੱਥੇ ਬਾਣੀ 'ਚ ਜਿਹੜਾ ਸੁਹਾਗਣ ਸ਼ਬਦ ਆਉਂਦਾ ਹੈ ਉਹ ਹੈ ਉਹਨਾਂ ਭਗਤ ਗੁਰਮੁਖ ਪਿਆਰਿਆਂ ਦੇ ਪ੍ਰਤੀ ਜਿਹੜੇ ਰੱਬ ਦੇ ਨਾਲ ਜੁੜ ਗਏ ਨੇ, ਜਿਨ੍ਹਾਂ ਨੂੰ ਖਸਮ ਪਰਮਾਤਮਾ ਮਿਲ ਗਿਆ ਹੈ। ਤੇ ਮਹਾਰਾਜ ਕਹਿੰਦੇ ਜੇ ਤੂੰ ਵੀ ਰੱਬ ਨੂੰ ਮਿਲਣਾ ਚਾਹੁੰਦਾ ਤੇ ਉਹ ਸੁਹਾਗਣਾਂ ਨੂੰ ਪੁੱਛ, ਭਗਤਾਂ ਨੂੰ ਪੁੱਛ, ਰੱਬ ਕਿੱਦਾਂ ਮਿਲਦਾ ਹੈ। ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸ਼ੋਅ ਪਾਈ ਹੈ। ਤੇ ਜਦੋਂ ਮਹਾਰਾਜ ਕਹਿੰਦੇ ਪੁੱਛਾਂਗੇ ਭਗਤਾਂ ਨੂੰ ਤੇ ਉਹ ਅੱਗੋਂ ਫਿਰ ਉੱਤਰ ਦਿੰਦੇ ਦੱਸਦੇ ਹਨ। ਕੀ ਕਹਿੰਦੇ ਹਨ? ਜਾਂ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿੱਤ ਲਾਈਐ। ਸਭ ਤੋਂ ਪਹਿਲਾਂ ਆਪਣੇ ਹਿਰਦੇ 'ਚ ਵਾਹਿਗੁਰੂ ਪ੍ਰਤੀ ਪ੍ਰੇਮ ਪੈਦਾ ਕਰ, ਪ੍ਰੇਮ ਦਾ ਸ਼ਿੰਗਾਰ ਅੰਦਰ ਕਰ। ਜਾਂ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿੱਤ ਲਾਈਐ। ਉਦੋਂ ਬਾਅਦ ਅੱਗੇ ਮਹਾਰਾਜ ਕਹਿੰਦੇ ਉਹ ਮਾਲਕ ਜੋ ਕਰਦਾ ਹੈ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਇਹ ਦੂਜਾ ਸ਼ਿੰਗਾਰ ਹੈ ਮਨ ਦਾ, ਹਿਰਦੇ ਦਾ।
जाके प्रेम पदार्थ पाइयै तो चरनी चित लाइयै शौ कहे सो कीजै तन मनो दीजै ऐसा परमल लाइयै एव कहे सुहागणी भैणे इन्नी बाती शौ पाइयै आप गवाइयै तां शौ पाइयै। अंदर नूं हौमे नूं जीवन चों कढ देना, क्योंकि शिंगार दा ਜਾਂ ਸਜਾਵਟ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਅਸੀਂ ਬਾਹਰੋਂ ਕੁਝ ਲਿਆ ਕੇ ਘਰ 'ਚ ਕਮਰੇ 'ਚ ਲਗਾਈਏ ਤੇ ਕਮਰਾ ਤਾਂ ਹੀ ਸੋਹਣਾ ਲੱਗੇਗਾ ਜੇ ਇੱਧਰ ਉੱਧਰ ਫਾਲਤੂ ਪਈਆਂ ਚੀਜ਼ਾਂ ਨੂੰ ਬਾਹਰ ਕੱਢ ਦਈਏ, ਹਰ ਚੀਜ਼ ਨੂੰ ਇੱਕ ਤਰਤੀਬ ਮੁਤਾਬਕ ਲਗਾ ਦਈਏ ਤੇ ਘਰ ਆਪਣੇ ਆਪ ਸੋਹਣਾ ਲੱਗਣ ਲੱਗ ਜਾਂਦਾ ਹੈ। ਤੇ ਜੇ ਕੋਈ ਚੀਜ਼ ਦੀ ਤਰਤੀਬ ਨਹੀਂ ਹੈ ਤੇ ਉਹ ਭਾਵੇਂ ਜਿੰਨੀਆਂ ਮਰਜ਼ੀ ਕੀਮਤੀ ਚੀਜ਼ਾਂ ਹੋਣ, ਜੇ ਬੇਤਰਤੀਬੀਆਂ ਹਨ ਤੇ ਸੋਹਣੀਆਂ ਨਹੀਂ ਲੱਗਣਗੀਆਂ। ਜੰਗਲ ਤੇ ਬਗੀਚੇ ਦਾ ਫਰਕ ਇਹੀ ਹੈ, ਦਰਖਤ ਉੱਥੇ ਵੀ ਉਹੀ ਉੱਥੇ ਵੀ ਉਹੀ, ਪਰ ਜੰਗਲ ਦੇ ਦਰਖਤਾਂ ਦੀ ਕੋਈ ਤਰਤੀਬ ਨਹੀਂ ਹੈ, ਬਗੀਚੇ ਦਾ ਇੱਕ ਇੱਕ ਦਰਖਤ ਤਰਤੀਬ ਮੁਤਾਬਕ ਹੈ, ਸੋਹਣਾ ਲੱਗਦਾ ਹੈ। ਸੋ ਅੰਦਰ ਦਾ ਸ਼ਿੰਗਾਰ ਭਗਤ ਕਰਕੇ ਤੇ ਆਪਣੇ ਅੰਦਰ ਨੂੰ ਤਰਤੀਬ ਵਾਲਾ ਬਣਾਉਂਦੇ ਨੇ, ਸੋਹਣਾ ਬਣਾਉਂਦੇ ਹਨ। ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਸ਼ਿੰਗਾਰ ਉਹ ਕਰਦੇ ਨੇ ਤੇ ਨਾਮ ਧਨ ਵਖਰ ਨੂੰ ਅੰਦਰ ਸੰਭਾਲ ਕੇ ਰੱਖਦੇ ਹਨ। ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ। ਪਹਿਲਾਂ ਤੇ ਉਹ ਵਾਹਿਗੁਰੂ ਦੇ ਨਾਮ ਹੀਰੇ ਨੂੰ ਅੰਦਰ ਸੰਭਾਲ ਕੇ ਰੱਖਦੇ ਨੇ, ਪਰ ਫਿਰ ਜਦੋਂ ਉਹਨਾਂ ਨੂੰ ਹੋਰ ਪਾਰਖੂ ਮਿਲਦੇ ਨੇ, ਭਾਵ ਉਹ ਆਪਣੇ ਵਰਗੇ ਹੋਰਨਾਂ ਗੁਰਮੁਖਾਂ ਦੀ ਸਤ ਸੰਗੀਆਂ ਦੀ ਸੰਗਤ ਦੇ ਵਿੱਚ ਜੁੜਦੇ ਨੇ, ਤੇ ਫਿਰ ਭਗਤ ਉਹ ਨਾਮ ਰੂਪੀ ਹੀਰੇ ਦੀ ਇੱਕ ਦੂਜੇ ਦੇ ਨਾਲ ਸਾਂਝ ਪਾਉਂਦੇ ਹਨ। ਕਿਉਂਕਿ ਇਹ ਜਿਹੜਾ ਨਾਮ ਵਕਰ ਹੈ ਇਹ ਖਾਵੈ ਖਰਚਾ ਰਲ ਮਿਲ ਭਾਈ ਤੋਟ ਨਾ ਆਵੈ ਵੱਧ। ਦੂਜੇ ਹੀਰੇ ਤੇ ਕਿਸੇ ਕੋਲ ਹੋਵੇ ਧਨ ਉਹ ਬੰਦਾ ਲੁਕਾ ਕੇ ਸੰਭਾਲ ਕੇ ਰੱਖਦਾ ਹੈ, ਪਰ ਜਿਨ੍ਹਾਂ ਦੇ ਕੋਲ ਨਾਮ ਰੂਪੀ ਵੱਖਰ ਸੀ ਉਹਨਾਂ ਨੇ ਸੰਭਾਲਿਆ ਨਹੀਂ, ਉਹਨਾਂ ਨੇ ਬਾਹਰ ਵੰਡਿਆ ਤੇ ਵਰਤਾਇਆ। ਬਲਕਿ ਗੁਰੂ ਰਾਮਦਾਸ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਅਗਲੇ ਸ਼ਲੋਕ 'ਚ ਕਬੀਰ ਜੀ ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਲੋੜ ਪੈਂਦੀ ਹੈ ਕਿੱਦਾਂ ਆਪਾਂ ਅਰਦਾਸਾਂ ਕਰਦੇ ਹਾਂ, ਗੁਰੂ ਕੋਲ ਆ ਕੇ ਮੱਥੇ ਰਗੜਦੇ ਹਾਂ, ਮਹਾਰਾਜ ਕਿਰਪਾ ਕਰੋ ਹੁਣ ਬੱਚੇ ਦੇ ਪੇਪਰ ਨੇ, ਤੁਸੀਂ ਸਹਾਈ ਹੋਵੋ, ਸਫਲਤਾ ਮਿਲੇ, ਜਾਂ ਕੋਈ ਕਿਸੇ ਤਰ੍ਹਾਂ ਦਾ ਦੁੱਖ ਰੋਗ ਕੋਈ ਹੋਰ ਪਰੇਸ਼ਾਨੀ ਆ ਗਈ ਹੈ, ਕੋਈ ਕਾਰਜ ਅਟਕਿਆ ਹੈ, ਯਤਨ ਵੀ ਕਰਦੇ ਹਾਂ, ਉਧਰ ਨਾਲ ਦੀ ਨਾਲ ਇੱਕ ਅੰਦਰ ਭਰੋਸਾ ਵਿਸ਼ਵਾਸ ਕਿ ਗੁਰੂ ਕਿਰਪਾ ਕਰੇਗਾ ਤੇ ਕਾਰਜ ਰਾਸ ਹੋਣਾ। ਫਿਰ ਬੜੀਆਂ ਅਰਦਾਸਾਂ ਕਈ ਤਰ੍ਹਾਂ ਦੀਆਂ ਅਸੀਂ ਉਹ ਬੇਨਤੀਆਂ ਵੀ ਕਰਦੇ ਹਾਂ, ਜੀ ਆਹ ਕਾਰਜ ਰਾਸ ਹੋ ਜਾਵੇ, ਫਿਰ ਆਹ ਸੇਵਾ ਵੀ ਕਰਾਂਗੇ। ਹਾਲਾਂਕਿ ਸੌਦੇਬਾਜ਼ੀ ਗੁਰਮਤਿ ਨੇ ਪ੍ਰਮਾਣ ਨਹੀਂ ਕੀਤੀ ਕਿ ਅਸੀਂ ਇਹ ਕਹੀਏ ਕਿ ਮਹਾਰਾਜ ਤੁਸੀਂ ਤੰਦਰੁਸਤੀ ਬਖਸ਼ੋ ਤੇ ਅਸੀਂ ਤੁਹਾਡਾ ਅਖੰਡ ਪਾਠ ਕਰਵਾਵਾਂਗੇ। ਗੁਰੂ ਨੂੰ ਕੋਈ ਅਖੰਡ ਪਾਠ ਦੀ ਭੁੱਖ ਨਹੀਂ ਹੈ ਜਾਂ ਹੋਰ, ਉਹ ਤੇ ਗੁਰੂ ਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਸੌਦੇਬਾਜ਼ੀ ਦੀ ਭੁੱਖ ਹੈ, ਗੁਰੂ ਨੂੰ ਕੋਈ ਲਾਲਚ। ਲੋੜ ਤੇ ਸਾਨੂੰ ਹੈ, ਮੁਥਾਜੀ ਤੇ ਸਾਡੀ ਜ਼ਰੂਰਤ ਤੇ ਸਾਡੀ ਹੈ। ਇਸ ਕਰਕੇ ਗੁਰੂ ਕੋਲ ਅਸੀਂ ਵਪਾਰੀ ਬਣ ਕੇ ਨਹੀਂ ਆਉਣਾ, ਜਗਿਆਸੂ ਸੇਵਕ ਤੇ ਸ਼ਰਧਾਲੂ ਬਣ ਕੇ ਆਉਣਾ ਹੈ। ਜੇ ਗੁਰੂ ਨੇ ਕਿਰਪਾ ਰਹਿਮਤ ਵਰਤਾਉਣੀ ਹੈ ਉਹ ਬਿਨਾਂ ਅਖੰਡ ਪਾਠ ਤੋਂ ਵੀ ਵਰਤਾ ਦੇਣੀ। ਅਸੀਂ ਸੁਖਣਾ ਸੁਖੀ, ਇੱਦਾਂ ਦੀ ਕੋਈ ਖੇਡ ਨਹੀਂ, ਕੋਈ ਨਹੀਂ। ਤੇ ਜੇ ਸਾਡੇ ਭਾਗਾਂ ਦੇ ਵਿੱਚ ਕੋਈ ਰੱਬ ਦਾ ਹੁਕਮ ਰਜਾ ਹੋਰ ਹੈ ਤੇ ਉਹ ਫਿਰ ਉਸੇ ਤਰ੍ਹਾਂ ਵਰਤਣਾ ਹੀ ਹੈ, ਜਿੰਨਾ ਮਰਜ਼ੀ ਯਤਨ ਕਰ ਲਈਏ। ਕਬੀਰ ਸਾਹਿਬ ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਜਿੱਦਾਂ ਲੋੜ ਪੈਂਦੀ ਹੈ, ਬਿਪਤਾ 'ਚ ਫਸਿਆ ਹੁੰਦਾ ਹੈ, ਕੋਈ ਕੰਮ ਅਟਕਿਆ ਹੈ, ਤੇ ਉਦੋਂ ਆ ਕੇ ਜਿਵੇਂ ਤੂੰ ਮੱਥੇ ਰਗੜਦਾ ਰੱਬ ਨੂੰ ਚੇਤੇ ਕਰਦਾ ਹੈ, ਉੱਦਾਂ ਹਮੇਸ਼ਾ ਮਾਲਕ ਨੂੰ ਚੇਤੇ ਰੱਖਿਆ ਕਰ। ਫਿਰ ਤੇਰੇ ਜੀਵਨ 'ਚ ਦੁੱਖ ਸੰਕਟ ਮੁਸੀਬਤ ਆਉਣੀ ਨਹੀਂ ਹੈ। ਫਿਰ ਮਾਲਕ ਨੂੰ ਆਪ ਹੀ ਪਤਾ ਹੈ ਮੇਰਾ ਸੇਵਕ ਹੈ, ਤੇ ਜਿਹੜਾ ਮਾਲਕ ਦਾ ਸੇਵਕ ਹੋਵੇ ਸੇਵਕ ਨੂੰ ਚੇਤਾ ਵੀ ਨਹੀਂ ਹੁੰਦਾ ਮਾਲਕ ਨੇ ਕਦੋਂ ਉਹਦਾ ਕਾਰਜ ਰਾਸ ਕਰ ਦਿੱਤਾ। ਇਹਦੀ ਅਗਵਾਈ ਵੀ ਗੁਰੂ ਕੀ ਬਾਣੀ ਪੜ੍ਹਦੀ ਹੈ। ਮਹਾਰਾਜ ਕਹਿੰਦੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਦੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਬਣ ਗਈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਮਾਲਕ ਆਪਣੇ ਸੇਵਕ ਨੂੰ ਵਿਖਾਉਂਦਾ ਹੈ ਕਿ ਮੈਂ ਤੇਰੇ ਨਾਲ ਹਾਂ, ਮਤ ਸਮਝ ਕੇ ਰੱਬ ਮੇਰੇ ਤੋਂ ਦੂਰ ਹੈ। ਜੇ ਸੇਵਕ ਦਾ ਭਰੋਸਾ ਹੋਵੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਗੁਰੂ ਵੀ ਸੇਵਕ ਕਹਿ ਨਿਕਟੀ ਹੋਏ ਵਿਖਾਵੇ। ਸੇਵਕ ਨੂੰ ਨੇੜੇ ਵਰਤ ਕੇ ਵਿਖਾਉਂਦੇ ਹਨ ਮੈਂ ਤੇਰੇ ਨਾਲ। ਪਰ ਉਹ ਗੱਲ ਉਦੋਂ ਬਣਦੀ ਹੈ
ਜਦੋਂ ਆਪਾਂ ਲੋੜ ਵੇਲੇ ਧਰਮ ਨਹੀਂ ਕਮਾਉਂਦੇ, ਬਲਕਿ ਧਰਮ ਕਮਾਉਣਾ, ਮਾਲਕ ਨੂੰ ਧਿਆਉਣਾ, ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸਾਡੇ ਜੀਵਨ ਦਾ ਇੱਕ ਵਿਹਾਰ ਬਣਦਾ ਹੈ, ਪਿਆਰ ਬਣਦਾ ਹੈ। ਸਾਡੇ ਨੇਮ ਦੇ ਨਾਲ ਜਦੋਂ ਪ੍ਰੇਮ ਹੁੰਦਾ ਹੈ। ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ। ਕਬੀਰ ਸਾਹਿਬ ਕਹਿੰਦੇ ਜੇ ਸਮਾਂ ਲੰਘ ਵੀ ਗਿਆ ਹੈ ਨਾ, ਅੱਗੇ ਸਾਡਾ ਨਹੀਂ ਸੀ ਸੁਭਾਅ ਇੱਦਾਂ ਦਾ ਐਸਾ ਸਿਮਰੋ ਨਿਤ ਵਾਲਾ, ਤੇ ਜੇ ਹੁਣ ਵੀ ਸਿਮਰਨ ਲੱਗ ਜਾਵਾਂਗੇ ਤੇ ਫਿਰ ਦੋ ਵੱਡੀਆਂ ਪ੍ਰਾਪਤੀਆਂ ਦੀ ਗੱਲ ਇੱਥੇ ਕਬੀਰ ਜੀ ਕਰਦੇ। ਕਹਿੰਦੇ ਤੈਨੂੰ ਉਹ ਦੋ ਪ੍ਰਾਪਤੀਆਂ ਹੋਣਗੀਆਂ, ਇੱਕ ਤੇ ਅਮਰਾਪੁਰ ਵਾਸਾ ਕਰੋ, ਅਮਰਪੁਰੀ ਦੇ ਵਿੱਚ ਵਾਸਾ, ਭਾਵ ਉਹ ਅਵਸਥਾ ਮਿਲ ਜਾਏਗੀ ਜੀਵਨ ਮੁਕਤ ਅਵਸਥਾ, ਆਤਮਕ ਮੌਤ ਤੋਂ ਰਹਿਤ ਅਵਸਥਾ। ਅਮਰਾਪੁਰੀ ਦਾ ਤੂੰ ਵਾਸੀ ਬਣੇਗਾ। ਤੇ ਦੂਜੇ ਨੰਬਰ ਤੇ ਕਹਿੰਦੇ ਜਿਹੜੀ ਪਿੱਛੇ ਸਵਾਸਾਂ ਰੂਪੀ ਜ਼ਿੰਦਗੀ ਰੂਪੀ ਪੂੰਜੀ ਤੂੰ ਗਵਾ ਵੀ ਚੁੱਕਿਆ ਹੈ ਨਾ, ਤੈਨੂੰ ਉਹਦਾ ਵੀ ਲਾਭ ਮਾਲਕ ਰਹਿਮਤ ਕਰਕੇ ਅਗਲੇਰੇ ਥੋੜੇ ਸਮੇਂ ਦੇ ਵਿੱਚ ਬਖਸ਼ ਦੇਣਗੇ। ਪਰ ਕਦੋਂ ਇਹ ਰੱਬੀ ਦਾਤ ਝੋਲੀ 'ਚ ਪਵੇਗੀ? ਜਦੋਂ ਆਪਾਂ ਐਸਾ ਸਿਮਰੋ ਨਿਤ ਦੇ ਮਾਰਗ ਤੇ ਨਿਤਾ ਪ੍ਰਤੀ ਭਰੋਸੇ ਦੇ ਨਾਲ, ਪ੍ਰੇਮ ਦੇ ਨਾਲ, ਪ੍ਰੀਤ ਤੇ ਪ੍ਰਤੀਤ ਦੇ ਨਾਲ ਮਾਲਕ ਨੂੰ ਧਿਆਵਾਂਗੇ। ਸੋ ਗੁਰੂ ਕਿਰਪਾ ਕਰੇ। ਵਾਹਿਗੁਰੂ ਨੂੰ ਧਿਆਉਣਾ, ਗੁਰੂ ਦਾ ਉਪਦੇਸ਼ ਕਮਾਉਣਾ, ਸਿਮਰਨ ਸਤ ਸੰਗਤ ਦੇ ਧਾਰਨੀ ਬਣਨਾ ਸਾਡੇ ਜੀਵਨ ਦਾ ਵਿਹਾਰ ਬਣੇ, ਆਚਾਰ ਬਣੇ। ਗੁਰੂ ਦੀਆਂ ਖੁਸ਼ੀਆਂ ਮਿਲਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।